ਵਾਹਿਗੁਰੂ जी का खालसा वाहिगुरू जी की फतेह। आप दर्शकों के रूबरू प्रोग्राम कम्यूनिटी कोहीजन एंड लाइफ स्टाइल्स लैके हाजिर हो रहे हैं जी। पिछले शो दे विच असी जो फलस्तीन दे विच हो रहा गाज़ा पट्टी ते जिस तरह की बमबारी इजराइल वालों की जा रही है वो संदर्भ दे विच काफ़ी बहुत सारे नुक्तियां तो बहुत सारे एंगल्स तो बहुत सारे दृष्टिकोण तो असी विचार की सी कि ये की कुछ हो रहा ते क्यों हो रहा। तो अज दे इस शो दे विच असी गल करनी है कि इहदा हल की है। ये जिहड़ी अज दुनिया दे विच किते भी मासूमां दा खून वह रहा सारी दुनिया मीडिया दे राहीं देखदी है ते खून दे अथरू डिगदी है ते उहदा शो साडे नाल इस वेले स्टूडियो दे विच हाज़र हन साडे मानयोग प्रिंसीपल डॉक्टर सुजिंदर सिंह जी संघा साहब ते इन्हां दे नाल डॉक्टर हरीश मल्होत्रा ते साडे रैगूलर जिहड़े मेहमान हन जनाब नज़ीर अवान साहब ते साडे इहदे नाल बहुत प्यारे धर्मचंद महेश साहब पंडित धर्मदत्त वशिष्ठ साहब ते साडे मानयोग शैमुल मसीह सारिਆਂ ਨੂੰ मैं जी आया कहंदा हाँ। तहे दिलों शुक्रगुजार हाँ कि हर हफ्ते बड़ी मेहनत दे नाल अपने ये काफ़ी रिसर्च करके साडे मेहमान आउंदे ने। सो सब तो पहले डॉक्टर संघा बहुत दुख हो रहा जो हो रहा दुनिया जिहड़ी वर्ल्ड कॉन्शियस है कित्थे अज हैगी आ क्यों नहीं इहदा हल लभ्या जांदा हल की है? इहदा हल जिहड़ा सिर्फ यही हो सकदा कि यूनाइटेड नेशनस राहीं जी जिहड़े सिक्योरिटी काउंसिल दे परमानेंट मैंबरस है उन्हां दे विच वर्किंग कंसेंसस होना चाहिए जी। जिहड़ा रशिया दी इहदे विच हैगा चाइना भी जी अमरीका भी ब्रिटेन भी ते फ्रांस भी जिहड़ियां न्यूक्लियर पावर्स हैगियां भावें हुण इंडिया ते इजराइल भी न्यूक्लियर पावर्स है पर अजे परमानेंट 5 मैंबर हैगे इन्हां दे विच कंसेंसस होवे जी ते फिर इजराइल ते फैलस्तीनी जिहड़ी इलैक्टेड रिप्रैजेंटेटिव बॉडी हैगी है जी हुण हमास है कल नूं कोई हो सकदी है जां इहो दुबारा जी ਤੇ ਉਹਨਾਂ ਦੇ ਨਾਲ ਜਿਹੜਾ 2 ਸਟੇਟ ਜਾਂ 2 ਰਾਸ਼ਟਰਾਂ ਦਾ ਸੋਲੂਸ਼ਨ ਹੈ ਉਹਨੂੰ ਸਾਹਮਣੇ ਲਿਆ ਕੇ ਉਹਦੇ ਆਧਾਰ ਤੇ ਇਹਦੀ ਸੈਟਲਮੈਂਟ ਹੋਣੀ ਚਾਹੀਦੀ ਹੈ। ਪਰ ਇਹਦੇ ਨਾਲ ਜਿਹੜਾ ਜ਼ਰੂਰੀ ਨੁਕਤਾ ਇਹ ਹੈਗਾ ਕਿ ਜਿੰਨੀਆਂ ਮਿਡਲ ਈਸਟ ਦੀਆਂ ਬਾਕੀ ਸਟੇਟਸ ਹੈਗੀਆਂ ਜੀ ਚਾਹੇ ਉਹ ਕਿਸੇ ਵੀ ਇਸਲਾਮਿਕ ਡਿਨੋਮੀਨੇਸ਼ਨ ਨਾਲ ਸੰਬੰਧਿਤ ਆ ਜਾਂ ਉਹਨਾਂ ਦੀ ਜਿਹੜੀ ਲਾਇਲਟੀ ਹੈ ਕਿਸੇ ਵੀ ਵੈਸਟਰਨ ਜਾਂ ਮਤਲਬ ਕਿ ਕਿਸੇ ਹੋਰ ਪਾਵਰ ਦੇ ਨਾਲ ਹੈਗੀ ਆ ਉਹਨਾਂ ਨੂੰ ਆਬਜੈਕਟਿਵਲੀ ਲੋਕਾਂ ਦੀ ਜਿਹੜੇ ਹਕੂਕ ਹੈਗੇ ਆ ਲੋਕਾਂ ਦੀਆਂ ਜਿਹੜਾ ਨੁਕਸਾਨ ਹੋ ਰਿਹਾ ਬੱਚੇ ਮਰ ਰਹੇ ਨੇ ਔਰਤਾਂ ਮਰ ਰਹੀਆਂ ਨੇ ਪ੍ਰਾਪਰਟੀਆਂ ਤਬਾਹ ਹੋ ਰਹੀਆਂ ਸਕੂਲ ਹਸਪਤਾਲ ਤਬਾਹ ਹੋ ਰਿਹਾ ਜੀ ਉਹਨਾਂ ਨੂੰ ਸਾਹਮਣੇ ਰੱਖਦੇ ਆ ਇਹਨਾਂ ਦਾ ਕੋਈ ਨਾ ਕੋਈ ਸੋਲੂਸ਼ਨ ਲੱਭਿਆ ਜਾ ਸਕਦਾ ਔਰ ਲੱਭਣਾ ਚਾਹੀਦਾ। ਔਰ ਦੂਸਰੇ ਪਾਸੇ ਇਜ਼ਰਾਈਲ ਦੀ ਜਿਹੜੀ ਇਨਸਿਕਿਉਰਿਟੀ ਹੈ ਉਹ ਵੀ ਇਸੇ ਕਰਕੇ ਆ ਜੇ ਮਤਲਬ ਇਹ ਸੋਲੂਸ਼ਨ ਲੱਭ ਲੈਣ ਤਾਂ ਫਿਰ ਉਹ ਵੀ ਆਰਾਮ ਦੇ ਨਾਲ ਜੀ ਸਕਦੇ ਆ ਮਿਡਲ ਈਸਟ ਦੇ ਵਿੱਚ ਜੀ ਇਹ ਜ਼ਰੂਰੀ ਨੁਕਤਾ ਹੈ। ਡਾਕਟਰ ਹਰੀਸ਼ ਮਲਹੋਤਰਾ ਸਾਹਿਬ ਤੁਸੀਂ ਲਾਸਟ ਟਾਈਮ ਕਿਹਾ ਸੀ ਭਈ ਕੁਝ ਸੈਂਕਸ਼ਨਸ ਨਹੀਂ ਲਗਾਏ ਰਹੇ ਜਾ ਰਹੇ UN ਜਾਂ ਸਿਕਿਉਰਿਟੀ ਕਾਉਂਸਲ ਕੁਛ ਨਹੀਂ ਕਰ ਰਹੀ ਹਾਂਜੀ ਕਰੂਗੀ ਕੁਛ ਜਦੋਂ ਤਾਂ ਅਸੀਂ ਦੇਖਦੇ ਹਾਂ ਜੋ ਕੁਛ ਜਦੋਂ ਰਸ਼ੀਆ ਨਾਲ ਜੋ ਕੁਛ ਰਸ਼ੀਆ ਦੇ ਸੈਂਕਸ਼ਨਸ ਲਾ ਰਿਹਾ ਹੈ ਜੀ ਉਹਨਾਂ ਨੇ ਯੂਕਰੇਨ ਵਿੱਚ ਆ ਕੀਤਾ ਜੀ ਫਲਾਨੀ ਆਤੰਕਹਾਨੀ ਹੋਈ ਉਹ ਤਾਂ ਇੱਕ ਕਿ ਮੈਂ ਸਮਝਦਾ ਕੜੀ ਹੈ ਜੀ ਥੋੜਾ ਜਿਹਾ ਕਿ ਕਿਸੇ ਨੂੰ ਸਟਾਪ ਕਰਨ ਵਾਲੀ ਗੱਲ ਹੈਗੀ ਆ ਜਾਂ ਕਿਸੇ ਨੂੰ ਲੈਸਨ ਦੇਣ ਵਾਲੀ ਗੱਲ ਹੈ। ਜਦੋਂ ਆਪਾਂ ਫਿਲਿਸਤੀਨ ਦੀ ਗੱਲ ਕਰਦੇ ਹੈਗੇ ਆ ਇੱਥੇ ਪਰਮਾਨੈਂਟ ਸੋਲੂਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਕਿਉਂਕਿ ਜੇ ਪਿੱਛੇ ਇੱਕ ਦੋ ਵਾਰੀ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈਗੀ ਆ ਤੇ ਉਹ ਕੋਈ ਪਰਮਾਨੈਂਟ ਸੋਲੂਸ਼ਨ ਹੋਇਆ ਨਹੀਂ ਹੈ। ਪਰਮਾਨੈਂਟ ਜਿਹੜੇ ਸੋਲੂਸ਼ਨ ਹੁੰਦੇ ਆ ਜੇ ਜਿੱਦਾਂ ਹੁਣ ਜਦੋਂ ਜਰਮਨੀ ਦੀ ਲੜਾਈ ਹੋਈ ਆ ਪਹਿਲੀ ਵਰਲਡ ਵਾਰ ਹੋਈ ਆ ਸੈਕੰਡ ਵਰਲਡ ਵਾਰ ਹੋਈ ਆ ਤੇ ਹੁਣ ਦੇਖੋ ਸਾਰਾ ਯੂਨਾਈਟਿਡ ਹੋਇਆ ਪਿਆ ਹੈ EU ਬਣ ਗਿਆ ਇਹਨਾਂ ਦਾ ਹੁਣ ਜਾਣੀ ਕਿ ਗਿਲੇ ਸ਼ਿਕਵੇ ਜਿਹੜੇ ਉਹ ਵੀ ਸਾਰੇ ਦੂਰ ਹੋ ਗਏ ਸੋ ਇਸ ਕਰਕੇ ਗਿਲੇ ਸ਼ਿਕਵੇ ਦੂਰ ਹੋ ਸਕਦੇ ਜੇ ਜਾਣੀ ਕਿ ਕਰਨੇ ਹੋਣ ਤਾਂ ਬੜੀ ਵੱਡੀ ਗੱਲ ਹੈ। ਹਾਂ ਬਹੁਤ ਜਾਣੀ ਕਿ ਵੱਡੀ ਕਿਉਂਕਿ ਐਟ ਦੀ ਐਂਡ ਆਫ ਡੇ ਮੈਂ ਮਹਿਸੂਸ ਕਰਦਾ ਹੈਗਾ ਵੀ ਜਦੋਂ ਵੀ ਕੋਈ ਲੜਾਈਆਂ ਦੁਨੀਆ ਭਰ ਦੀਆਂ ਦੇਖਦੇ ਆਪਾਂ ਇਤਿਹਾਸ ਤੋਂ ਕਿ ਇਤਿਹਾਸ ਤੋਂ ਅਸੀਂ ਲਰਨ ਕਰਦੇ ਹੈਗੇ ਜੀ ਤੇ ਟੇਬਲ ਤੇ ਬੈਠ ਕੇ ਨੈਗੋਸ਼ੀਏਸ਼ਨਾਂ ਹੁੰਦੀਆਂ ਟੇਬਲ ਤੇ ਬੈਠ ਕੇ ਸਮਝੌਤੇ ਹੁੰਦੇ ਆ ਬੰਬਾਂ ਨਾਲ ਸਮਝੌਤੇ ਨਹੀਂ ਹੁੰਦੇ ਕਦੀ ਵੀ ਤੇ ਇਹ ਜੇ ਜਾਣੀ ਕਿ ਸਦਭਾਵਨਾ ਹੋਵੇ ਜਿਹੜੀਆਂ ਖਾਸ ਕਰਕੇ ਜਿਹੜੀਆਂ ਸਾਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਕਿ ਸਿੰਘਾ ਸਾਹਿਬ ਨੇ ਗੱਲ ਕੀਤੀ ਹੈਗੀ ਆ ਉਹਨਾਂ ਦੇ ਕੋਲ ਕਿਉਂਕਿ ਪਾਵਰ ਹੈਗੀ ਆ ਐਂਡ ਦੇ ਕੈਨ ਡੂ ਦੈਟ ਨਹੀਂ ਤਾਂ ਕੀ ਗੱਲ ਹੈਗੀ ਜਿਹੜਾ ਇਜ਼ਰਾਈਲ ਦਾ ਜਿਹੜਾ ਫਿਲਸਤੀਨ ਦਾ ਮਸਲਾ ਹੈਗਾ ਕਿਉਂ ਨਹੀਂ ਹੱਲ ਹੋ ਸਕਦਾ ਜਦੋਂ ਕਿ ਜਿਹੜੇ ਤੇਲ ਦੇ ਭੰਡਾਰ ਹੈਗੇ ਉਹ ਸਾਊਦੀ ਅਰੇਬੀਆ ਕੋਲ ਜਾਣ ਕੇ ਜਾਂ ਹੋਰ ਜਿਹਨੇ ਮਿਡਲ ਈਸਟ ਦੇ ਕੰਟਰੀਜ਼ ਹੈਗੇ ਆ ਦੇ ਆਰ ਵੈਰੀ ਬਿਗ ਪਾਵਰ ਜਾਣ ਕੇ ਬਹੁਤ ਪਾਵਰਫੁਲ ਲੌਬੀ ਹੈ ਉਹ ਤੇ ਉਹ ਵੀ ਜਾਣ ਕੇ ਕਿਉਂ ਨਹੀਂ ਇਨਫਲੂਐਂਸ ਪਾ ਸਕਦੇ ਉਹਨਾਂ ਦੇ ਵੀ ਉਹ ਜੇ ਧਰਮ ਦੀ ਗੱਲ ਵੀ ਅਸੀਂ ਕਰੀਏ ਤੇ ਉਹਨਾਂ ਦੇ ਵੀ ਮੁਸਲਿਮ ਭਾਈਚਾਰਾ ਉੱਥੇ ਬਹੁਤ ਸਾਰਾ ਮੈਜੋਰਟੀ ਵਿੱਚ ਉੱਥੇ ਰਹਿ ਰਿਹਾ ਹੈਗਾ
ਤੇ ਉਹਦੇ ਹਿਸਾਬ ਨਾਲ ਵੀ ਯਾਨੀ ਕਿ ਹਿਊਮੈਨਿਟੇਰੀਅਨ ਦੀ ਜਿਹੜੀ ਗੱਲ ਹੈਗੀ ਆ ਜਾਂ ਯਾਨੀ ਕਿ ਆਪਾਂ ਧਰਮ ਦੇ ਹਿਸਾਬ ਨਾਲ ਜੇ ਗੱਲ ਕਰੀਏ ਤੇ ਮੇਰੇ ਖਿਆਲ ਕੋਈ ਵੀ ਧਰਮ ਜਿਹੜਾ ਹੈਗਾ ਉਹ ਕਹਿ ਨਹੀਂ ਰਿਹਾ ਵੀ ਤੁਸੀਂ ਬੱਚਿਆਂ ਤੇ ਯਾਨੀ ਕਿ ਜਾਂ ਯਾਨੀ ਕਿ ਕਿਸੇ ਤੇ ਬੇਇਨਸਾਫੀ ਤੁਸੀਂ ਕਰੋ ਜਾਂ ਧੱਕਾ ਕਰੋ। ਤੇ ਮੈਂ ਮਹਿਸੂਸ ਇਹ ਗੱਲ ਵੀ ਇਹ ਜਿਹੜੇ ਮਸਲੇ ਹੈਗੇ ਆ ਇਹਦਾ ਪਰਮਾਨੈਂਟ ਯਾਨੀ ਕਿਹੜਾ ਹੈਗਾ ਸੋਲੂਸ਼ਨ ਯਾਨੀ ਕਿ ਲੱਭਿਆ ਜਾ ਸਕਦਾ ਜੇ ਯਾਨੀ ਕਿ ਸਦਭਾਵਨਾ ਹੋਵੇ। ਪਰ ਜੇ ਸਦਭਾਵਨਾ ਨਹੀਂ ਹੈਗੀ ਤੇ ਫਿਰ ਤਾਂ ਜਿਹੜਾ ਹੈਗਾ ਆਟਾ ਗੁੰਦੀ ਤੇ ਹਲਦੀ ਕਿਉਂ ਹੈਗੀ ਆ ਯਾਨੀ ਕਿ ਉਹ ਤੇ ਕੋਈ ਨਾ ਕੋਈ ਯਾਨੀ ਕਿ ਬਹਾਨਾ ਲੱਭਣ ਵਾਲੀ ਗੱਲ ਹੈਗੀ ਆ। ਤੇ ਇਹਨਾਂ ਨੂੰ ਯਾਨੀ ਕਿ ਪੋਲੀਟੀਕਲ ਮੋਟਿਵਸ ਤੋਂ ਉੱਪਰ ਉੱਠ ਕੇ ਮੈਂ ਮਹਿਸੂਸ ਕਰਦਾ ਲਿਆ ਵੀ ਖਾਸ ਕਰਕੇ ਜਿਹੜਾ ਚਾਈਨਾ ਹੈਗਾ ਜਾਂ ਰਸ਼ੀਆ ਹੈਗਾ ਆ ਤੇ ਉਹਨਾਂ ਨੂੰ ਬ੍ਰਿਟਨ ਦੇ ਨਾਲ ਰਲ ਕੇ ਨਾਲ ਯਾਨੀ ਕਿ ਜਿਹੜਾ ਹੈਗਾ ਅਮਰੀਕਾ ਤੇ ਜੇ ਫਰਾਂਸ ਯਾਨੀ ਕਿ ਜੇ ਕੋਈ ਗੱਲ ਮਾੜੀ ਮੋਟੀ ਕਰਦਾ ਤੇ ਪ੍ਰੈਸ਼ਰ ਪਾਉਣਾ ਚਾਹੀਦਾ। ਠੀਕ ਹੈ ਜੀ। ਅਵਾਨ ਸਾਹਿਬ ਜ਼ਿਆਦਾ ਆਵਾਜ਼ ਇਹੀ ਆ ਰਹੀ ਹੈ ਵੀ ਸਾਰਾ ਕੁਝ ਅੱਜ ਦੁਨੀਆ ਦਾ ਦਾਰਮਦਾਰ ਕੌਮਾਂਤਰੀ ਇੰਟਰਨੈਸ਼ਨਲ ਤੌਰ ਤੇ ਉਹ ਜੋ ਰਹਿਮੋ ਕਰਮ ਹੈ ਉਹ ਸਿਰਫ ਬ੍ਰਿਟਨ ਜਾਂ ਅਮਰੀਕਾ ਤੇ ਹੈ। ਦੇਖੋ ਜੀ ਬ੍ਰਿਟਨ ਅਮਰੀਕਾ ਪੋਲੀਟੀਕਲੀ ਦੁਨੀਆ ਦੇ ਵਿੱਚ ਬਹੁਤ ਸਟਰੋਂਗ ਮੁਲਕ ਹਨ। ਅੱਜ ਕੱਲ੍ਹ ਅਸੀਂ ਰਹਿ ਰਹੇ ਹਾਂ ਅਮਰੀਕਨ ਐਮਪਾਇਰ ਦੇ ਵਿੱਚ ਔਰ ਡਿਊਰਿੰਗ ਦਿਸ ਅਮਰੀਕਨ ਐਮਪਾਇਰ ਵਿਚ ਹੈਜ਼ ਬੀਨ ਗੋਇੰਗ ਔਨ ਫॉर ਅਬਾਊਟ 60 to 70 years ਹੈ ਜੀ। ਉਸ ਦੇ ਵਿੱਚ ਤੁਸੀਂ ਦੇਖੋ ਕਿ ਦੁਨੀਆ ਭਰ ਤਬਾਹੀ ਆਈ ਹੈ। ਤੁਸੀਂ ਦੇਖੋ ਇਹਨਾਂ ਨੇ ਜਾਪਾਨ 'ਚ ਕੀ ਕੀਤਾ ਸੀ ਹੀਰੋਸ਼ੀਮਾ ਨਾਗਾਸਾਕੀ ਜੀ। ਇਹ ਦੁਨੀਆ ਕਹਿੰਦੇ ਨੇ ਕਿ ਵੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੂੰ ਖਤਮ ਕੀਤਾ ਜਾਏ ਬਟ ਦੇ ਆਰ ਦ ਪੀਪਲ ਹੂ ਯੂਜ਼ਡ ਵੈਪਨਸ ਆਫ ਮਾਸ ਡਿਸਟਰਕਸ਼ਨ। ਉਹਨਾਂ ਨੇ ਵੀਅਤਨਾਮ ਜਿਸ ਤਰ੍ਹਾਂ ਸੰਘਾ ਸਾਹਿਬ ਨੇ ਪਹਿਲੇ ਗਿਆ ਡਾਕਟਰ ਸਾਹਿਬ ਨੇ ਪਹਿਲੇ ਗਿਆ ਕੀ ਕੀਤਾ। ਪਰ ਦੂਸਰੇ ਪਾਸੇ ਅਮਰੀਕਾ ਜੇ ਹਿਟਲਰ ਵਰਗੀਆਂ ਫੋਰਸਸ ਨੂੰ ਮੁਸੋਲੀਨੀ ਨੂੰ ਇਹ ਨਾ ਰੁਕਦੇ ਫਿਰ ਦੁਨੀਆ ਦਾ ਕੀ ਹੁੰਦਾ ਉਹ ਤੁਸੀਂ ਦੇਖੋ ਜੀ ਉਸ ਦੀ ਵਜ੍ਹਾ ਕੀ ਹੈ ਜੀ ਜੀ ਵਾਈ ਡਿਡ ਹਿਟਲਰ ਡੂ ਵਾਟ ਹੀ ਡਿਡ। ਇਹ ਵੀ ਇੱਕ ਮਤਲਬ ਹੈ ਸਮਝਣ ਦੀ ਗੱਲ ਹੈ ਕਿਉਂਕਿ ਉਹ ਪਾਗਲ ਨਹੀਂ ਸੀ। ਹੀ ਵਾਸ ਅ ਵੈਰੀ ਹਾਈਲੀ ਇੰਟੈਲੀਜੈਂਟ ਮੈਨ और जर्मन्स आर इंटेलिजेंट पीपल जी जी लेकिन ਅਸੀਂ उसे जाना नहीं चाहते क्योंकि फिर पॉलिटिकल हो जाएगा जी जी। लेकिन ਅਸੀਂ ये देख रहे हैं कि आजकल अमेरिकन एम्पायर है और उसका इन्फ्लुएंस बहुत ज्यादा यूनाइटेड नेशंस यूनाइटेड नेशंस से भी बहुत इन्फ्लुएंस है उसका। और जड़ी रेजोल्यूशन 17 के 18 रेजोल्यूशंस अगेंस्ट इजराइल वो पूरी वीटो की थी उन्होंने है जी। अच्छा दूसरे ਤੁਸੀਂ ਗੱਲ ਦੇਖੋ ਅੱਜਕੱਲ ਉਹ ਸਕੂਲਾਂ तबाह कर रहे हैं 7-8 हज़ार 9 हज़ार जख्मी हो गया बच्चा औरतें हैं जी घर बर्बाद हो गए। और फिर 2 दिन पहले उन्होंने बिल पास किया है कि दे आर गोइंग टू गिव 2.8 बिलियन पाउंड्स वर्थ ऑफ आर्म्स टू इजराइल। तुसी देखो ये कितने इंसाफ है। अगर कोई मुसलमान मुल्क इस तरह करता उन्होंने तो हमले कर छुड़ते जी जी है जी। लेकिन चीज़ ये कि जो तक ये पावर्स जड़े ये नहीं चाहते कि पीस होए क्योंकि इन्हों का इंटरस्ट है कि लोग लड़न आपस और इन्हों दे ਜ਼ਬਰਦਸਤ ਕੀਤੀ ਇੰਟਰਸਟ ਕਰਕੇ ਇਹ ਬੜੀ ਇੰਪੋਰਟੈਂਟ ਚੀਜ਼ ਹੈ। ਤੁਸੀਂ ਕੋਈ ਮਤਲਬ ਇੱਕੋ ਦੇਸ਼ ਦੇ ਵਿੱਚ ਆਪਾਂ ਜੋ ਦੇਖਦੇ ਹਾਂ ਇਰਾਨ ਦੇ ਵਿੱਚ ਲੜਾਈ ਹੋਈ ਆਪਸ ਵਿੱਚ ਇਰਾਨ ਇਰਾਕ ਦੀ ਲੜਾਈ ਹੋਈ ਆ ਬੜਾ ਕੁਝ ਤੁਸੀਂ ਜਦੋਂ ਵੀ ਕੋਈ ਕਨਫਲਿਕਟ ਦੇਖੋ ਉਸਦਾ ਇਹ ਦੇਖੋ ਕਿ ਉਸ ਨੂੰ ਫਾਇਦਾ ਕਿਸ ਬੰਦੇ ਨੂੰ ਹੋ ਰਿਹਾ ਹੈ ਕਿਸ ਨੇਸ਼ਨ ਨੂੰ ਹੋ ਰਿਹਾ ਹੈ ਤਾਂ ਉਹ ਫਿਰ ਤੁਹਾਨੂੰ ਮਤਲਬ ਇਹ ਸਮਝ ਆ ਜਾਏਗੀ ਕਿਉਂ ਹੋ ਰਿਹਾ ਹੈ ਜੀ। ਆਪਣੇ ਮਹੇਸ਼ ਸਾਹਿਬ ਇਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪਹਿਲਾਂ ਨੇ ਹਿੱਤਾਂ ਕਰਕੇ ਕੋਈ ਕਿਸੇ ਦਾ ਦੋਸਤ ਨਹੀਂ। ਈਵਨ ਇਸਲਾਮਿਕ ਦੇਸ਼ ਆਪਸ ਵਿੱਚ ਲੜ ਪੈਂਦੇ ਨੇ ਅਸੀਂ ਇੱਕ ਧਰਮ ਵਾਲੇ ਇੱਕ ਦੂਜੇ ਨਾਲ ਲੜ ਪੈਂਦੇ ਆ ਤੇ ਜੇ ਉਹਨਾਂ ਦੇ ਹਿੱਤ ਨੇ ਤਾਂ ਫਿਰ ਤੇ ਕਦੀ ਵੀ ਫੈਸਲਾ ਨਹੀਂ ਹੋਣਾ ਜੀ। ਉਹਨਾਂ ਦੇ ਹਿੱਤ ਤਾਂ ਉਧਰ ਨੇ। ਜਿਹੜੀ ਫੈਸਲੇ ਦੀ ਗੱਲ ਆ ਜੇ ਇੰਗਲੈਂਡ ਤੇ ਅਮਰੀਕਾ ਓਨੈਸਟਲੀ ਚਾਹਣ ਇਹ ਕਰ ਸਕਦੇ ਆ ਜੀ ਕਿਉਂਕਿ ਤਕਰੀਬਨ ਪੂਰੀ ਦੁਨੀਆ ਇਹਨਾਂ ਦੇ ਇਨਫਲੂਐਂਸ ਵਿੱਚ ਆ ਜੀ। ਇਹ ਜਿਹਨੂੰ ਮਰਜ਼ੀ ਲੜਾਉਂਦੇ ਆ ਤਾਂ ਜਿਹਨੂੰ ਮਰਜ਼ੀ ਇਹ ਠਾ ਦਿੰਦੇ ਆ। ਇੱਥੇ ਲਾਤੀ ਉੱਥੇ ਭਜਾਤੀ ਇਹ ਪਹਿਲਾਂ ਤੋਂ ਚੱਲਿਆ ਆ ਰਿਹਾ। ਪਹਿਲਾਂ ਗੱਲ ਡਾਕਟਰ ਸਾਹਿਬ ਨੇ ਕਰਨ ਲੱਗੇ ਸੀ ਵੀ UN ਵਾਲੇ ਕਰ ਸਕਦੇ ਲੇਕਿਨ ਉਹ ਉਹਨਾਂ ਤੇ ਇਨਫਲੂਐਂਸ ਕਿਹਦਾ ਜਿੰਨੀ ਅਰਬ ਵਿੱਚ ਇਹ ਕਤਲੋ ਗਾਰਤ ਹੋਈ ਤਬਾਹੀ ਹੋਈ ਉਹਦਾ ਓਪਨਲੀ ਤੌਰ ਤੇ ਰਿਸਪੌਂਸੀਬਲ ਅਮਰੀਕਾ ਸਾਰੀ ਦੁਨੀਆ ਨੇ ਕਿਹਾ ਲੇਕਿਨ ਉਹਨਾਂ ਨੂੰ ਕਹਿ ਨਹੀਂ ਸਕਦੇ। ਅਸੀਂ ਹੁਣ ਆਪਾਂ ਇੰਡੀਆ ਪਾਕਿਸਤਾਨ ਤੋਂ ਅਸੀਂ ਇਹ ਐਸ ਜੇ ਇੰਡੀਆ ਨੇ ਕੋਈ ਡਿਸੀਜ਼ਨ ਲੈਣਾ ਹੋਵੇ ਉਹਨੂੰ ਰਸ਼ੀਆ ਵੱਲ ਦੇਖਣਾ ਪਏਗਾ। ਜੇ ਰਸ਼ੀਆ ਜਿਹੜਾ ਵੀ ਡਿਸੀਜ਼ਨ ਲਏਗਾ ਉਹਨੂੰ ਉਹ ਫੋਲੋ ਕਰਨਗੇ। ਇਹ ਇੱਕ ਯੂਨੀਅਨ ਇੱਕ ਯੂਨਿਟੀ ਬਣੀ ਹੈ ਲੋਕਾਂ ਦੀ। ਜੇ ਇੰਗਲੈਂਡ ਤੇ ਅਮਰੀਕਾ ਇਕੱਠੇ ਹੋ ਕੇ ਇਹਦਾ ਹੱਲ ਲੱਭਣਾ ਚਾਹਣਗੇ ਤਾਂ ਮੈਂ ਸ਼ੋਰ ਹਾਂ ਕਿ ਲੱਭ ਸਕਦੇ। ਤੇ ਉਹ ਜਿੰਨਾ ਚਿਰ ਇਹ ਦੋ ਮੁਲਕ ਇੱਕ ਨਹੀਂ ਕਰਦੇ ਉਨਾ ਚਿਰ ਤੀਜਾ ਕੋਈ ਬੰਦਾ ਹੈ ਨਹੀਂ ਜਿਹੜਾ ਡਿਸਾਈਡ ਕਰ ਸਕੇ। ਮਿਹਰਬਾਨੀ। ਮੁਸ਼ਿਸ਼ ਸਾਹਿਬ ਬੇਨਤੀ ਇੱਦਾਂ ਕਿ ਗੱਲ ਹੋਈ ਆ ਅਮਰੀਕਾ ਦੀ ਨਾਲ ਬ੍ਰਿਟਨ ਦੀ ਤੇ ਉਸ ਤੋਂ ਬਾਅਦ ਰਸ਼ੀਆ ਦੀ ਚਾਈਨਾ ਦੀ ਭਾਰਤ ਦਾ ਜ਼ਿਕਰ ਨਹੀਂ ਆਇਆ। ਇੰਡੀਆ ਇੱਕ ਬਹੁਤ ਵੱਡਾ ਉਹਦਾ ਆਪਣਾ ਇਨਫਲੂਐਂਸ ਹੈ ਦੁਨੀਆ ਦੇ ਵਿੱਚ ਤੇ ਇੱਕ ਉੱਭਰ ਰਹੀ ਸ਼ਕਤੀ ਆ ਜਿਹਨੂੰ ਮੇ ਵੀ ਪ੍ਰੈਡਿਕਟ ਕੀਤਾ ਜਾਂਦਾ ਕਿ ਸੁਪਰ ਪਾਵਰ ਬਣੇਗਾ ਕਦੀ।
ਤੁਸੀਂ ਕੀ ਕਹੋਗੇ? ਇਹ ਨਾ ਪਹਿਲਾਂ ਤੋਂ ਹੀ ਦੋ ਕੰਟਰੀਆਂ ਦੇ ਨਾਂ ਜ਼ਿਆਦਾ ਹੈ, ਅਮਰੀਕਾ ਜਾਂ ਰਸ਼ੀਆ, ਬਾਅਦ 'ਚ ਚਾਈਨਾ ਆ ਗਿਆ, ਹੁਣ ਇੰਡੀਆ ਵੀ ਹੌਲੀ ਹੌਲੀ ਕਾਫੀ ਤਰੱਕੀ ਕੀਤੇ। ਪਰ ਮੈਂ ਧਰਮਪਾਲ ਜੀ ਨੇ ਜਿਸ ਤਰ੍ਹਾਂ ਕਿਹਾ, ਮੈਂ ਦੋ ਚੀਜ਼ਾਂ ਦੇ ਨਾਲ ਦੋ ਚੀਜ਼ਾਂ ਕਹਿਣਾ ਚਾਹੁੰਦਾ। ਜਿਹਦੇ ਕੋਲ ਤਾਕਤ ਹੈ ਜਾਂ ਪੈਸਾ ਹੈ, ਉਹਨੂੰ ਤੁਸੀਂ ਹਥਿਆਰ ਦੇ ਨਾਲ ਨਹੀਂ ਜਿੱਤ ਸਕਦੇ। ਜੀ ਜੀ। ਉਹਨੂੰ ਜਿੱਤਣ ਵਾਸਤੇ ਜਿੱਦਾਂ ਮਲਹੋਤਰਾ ਜੀ ਨੇ ਕਿਹਾ ਸੀ, ਭਾਈਚਾਰਾ ਬਹੁਤ ਜ਼ਰੂਰੀ ਹੈ। ਸਦਭਾਵਨਾ ਜਦੋਂ ਤੱਕ ਉਹਨਾਂ ਦੇ ਅੰਦਰ ਨਹੀਂ ਆਊਗੀ, ਇਹ ਲੜਾਈ ਖਤਮ ਨਹੀਂ ਹੋ ਸਕਦੀ। ਹੋ ਸਕਦੇ ਅਗਲੇ 10 ਸਾਲ ਚੱਲੇ ਜਾਂ ਇੱਕ ਦਿਨ ਚੱਲੇ, ਉਦੋਂ ਹੀ ਖਤਮ ਹੋ ਸਕਦੀ ਹੈ ਸਦਭਾਵਨਾ ਜਦੋਂ ਹੋਊਗੀ। ਇੰਡੀਆ ਹਮੇਸ਼ਾ ਸਦਭਾਵਨਾ ਹੀ ਸਾਰਿਆਂ ਨੂੰ ਦਿੰਦਾ ਰਿਹਾ। ਇੰਡੀਆ ਜਦੋਂ ਉਹਨਾਂ ਦੇ ਨਾਲ ਆਊਗਾ, ਉਹ ਸਦਭਾਵਨਾ ਦਾ ਹੀ ਪਾਠ ਉਹਨਾਂ ਨੂੰ ਸਿਖਾਊਗਾ। ਤਾਂ ਕਰਕੇ ਇੰਡੀਆ ਦੀ ਹੈਲਪ ਲੈਣੀ ਉਹਨਾਂ ਨੂੰ ਬਹੁਤ ਜ਼ਰੂਰੀ ਹੈ। ਬਹੁਤ ਧੰਨਵਾਦ ਜੀ। ਮਸੀਹ ਸਾਹਿਬ ਜੀ, ਪਹਿਲਾਂ ਤਾਂ ਮੈਂ ਖਿਮਾ ਦਾ ਜਾਚਕ ਵੀ ਆਪਾਂ ਤਿੰਨੇ ਹੀ ਨਾ, ਕਾਲੀਆ ਸਾਹਿਬ, ਮੈਂ ਤਾਂ ਤੁਸੀਂ, ਬਾਕੀ ਵਰਸਸ ਆ ਸਾਰੇ ਦੁਸ਼ਮਣ ਆਪਣੇ, ਇੱਕੋ ਸਿਹਤ ਆਪਣੀ ਇੱਕੋ ਜਿਹੀ ਕਰਕੇ ਤਾਂ ਕਈ ਵਾਰੀ ਭੁਲੇਖਾ ਪੈ ਜਾਂਦਾ ਜੀ। ਮੈਂ ਖਿਮਾ ਦਾ ਜਾਚਕ ਹਾਂ, ਤੁਹਾਡੀ ਵਾਰੀ ਕਾਲੀਆ ਸਾਹਿਬ ਨਾਲ ਮਿਕਸ ਕਰਤਾ ਤੁਹਾਨੂੰ। ਕੋਈ ਗੱਲ ਨਹੀਂ। ਕੀ ਹਾਲ ਚਾਲ ਹੈ? ਠੀਕ ਹੋ ਜੀ? ਬਿਲਕੁਲ, ਸ਼ੁਕਰ ਹੈ। ਮਸੀਹੀ ਨਿਗਾਹ ਤੋਂ ਜੋ ਇਹ ਕਤਲ ਗਾਰਤ ਹੋ ਰਹੀ ਹੈ ਜੀ, ਇਹ ਕਿਵੇਂ ਹਟੇ? ਬਿਲਕੁਲ ਨਜਾਇਜ਼ ਹੈ ਜੀ। ਜੇ ਮਸੀਹੀ ਦਾਇਰੇ ਨਾਲ ਦੇਖੀਏ ਤਾਂ ਇਹ ਬਿਲਕੁਲ ਨਜਾਇਜ਼ ਹੋ ਰਿਹਾ ਜੋ ਕੁਝ ਹੋ ਰਿਹਾ, ਚਾਹੇ ਉਹ ਪੋਲੀਟੀਕਲੀ ਪਾਵਰ ਨਾਲ ਹੋ ਰਿਹਾ ਜਾਂ ਕਿ ਪੋਲੀਟੀਕਲੀ ਜਿਹੜੇ ਆਪਣੇ ਆਪ ਨੂੰ ਸੁਪਰ ਪਾਵਰਸ ਕੰਟਰੀਜ਼ ਆ ਉਹਨਾਂ ਦੀ ਸਪੋਰਟ ਨਾਲ ਹੋ ਰਿਹਾ, ਪਰ ਟੋਟਲੀ ਨਜਾਇਜ਼ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਹੈ। ਜੇ ਲੈਂਡ ਦਾ ਮਸਲਾ ਹੈ ਜਾਂ ਪਾਵਰ ਦਾ ਮਸਲਾ ਹੈ, UN ਹੈ, ਔਰ ਇਹ ਸੁਪਰ ਪਾਵਰ ਐਡੇ ਵੱਡੇ ਵੱਡੇ ਕੰਟਰੀ ਹੈ ਜਿਹੜੇ ਅੱਜ ਤਿਆਰ ਹੋ ਗਏ ਆ ਤੁਹਾਡੀ ਸੁਲ੍ਹਾ ਕਰਾਉਣ ਦੇ ਵਿੱਚ। ਉਹੀ ਕੰਟਰੀ ਹੈ ਜਿਹੜੀ ਇੱਕ ਟਾਈਮ ਕਦੀ ਸਪੋਰਟ ਤੇ ਲੱਗ ਜਾਂਦੇ ਆ ਤੇ ਕਦੀ ਤੁਹਾਡੀ ਸੁਲ੍ਹਾ ਕਰਾਉਣ ਦੇ ਵਿੱਚ ਤਿਆਰ ਹੋ ਜਾਂਦੇ ਆ। ਪਰ ਗੱਲ ਇਹ ਮੁਸ਼ਕਿਲ ਹੈ ਕਿ ਹਰ ਬੰਦੇ ਦੇ ਆਪਣੇ ਹਿੱਤ ਨੇ ਜੀ। ਸਾਡੇ ਤੁਹਾਡੇ ਆਪਣੇ ਹਿੱਤ ਹੈ। ਜਿੱਥੇ ਹਿੱਤ ਟਕਰਾ ਗਿਆ ਅਸੀਂ ਦੁਸ਼ਮਣ ਬਣ ਗਏ, ਜਿੱਥੇ ਹਿੱਤ ਸਾਂਝੇ ਹੋ ਗਏ ਅਸੀਂ ਦੋਸਤ ਬਣ ਗਏ। ਇਹਨਾਂ ਦੇ ਹਿੱਤ ਕਿਉਂ ਨਹੀਂ ਸਾਂਝੇ ਕੀਤੇ ਜਾ ਸਕਦੇ ਅੱਜ ਦੀ ਦੁਨੀਆ ਵਿੱਚ? ਦੇਖੋ, UN ਨੇ ਇੱਕ ਬੜਾ ਸਪੈਸ਼ਲ ਦਿਨ ਕੋਈ ਤਕਰੀਬਨ 30 ਸਾਲ ਹੋ ਗਏ ਬਣਾਇਆ ਸੀ, ਇੰਟਰਨੈਸ਼ਨਲ ਪੀਸ ਡੇ। ਉਹ 21 ਸਤੰਬਰ ਨੂੰ ਆ ਜਿਹੜਾ ਕਿ ਕਿਉਂ ਨਹੀਂ ਉਸ ਦਿਨ ਨੂੰ ਨਜ਼ਰ ਰੱਖਦੇ ਹੋਏ ਉਹ ਜਿਹੜੀ ਡੈਕਲੇਰੇਸ਼ਨ ਉਹਨਾਂ ਨੇ ਉਸ ਦਿਨ ਕੀਤੀ ਸੀਗੀ ਉਹਨੂੰ ਫੋਲੋ ਕਰਦੇ। ਸਾਰੇ ਕੰਟਰੀ ਰਲ ਕੇ ਇਸ ਗੱਲ ਨੂੰ ਰੇਜ਼ ਕਰ ਸਕਦੇ ਆ ਜੀ। ਆਪਣੇ ਆਪਣੇ ਧਰਮ ਸਥਾਨਾਂ ਦੇ ਵਿੱਚ ਇਸ ਦਿਨ ਨੂੰ ਤੁਸੀਂ ਯਾਦ ਕਰ ਸਕਦੇ ਆ ਵੀ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਪ੍ਰੋਬਲਮ ਹੈ, ਇਹ ਜਿਹੜੇ ਕੰਟਰੀਆਂ ਦੀ ਪ੍ਰੋਬਲਮ ਹੈ, ਹਮਾਸ ਦੀ ਪ੍ਰੋਬਲਮ ਹੈ, ਪੈਲਸਟੀਨ ਦੀ ਪ੍ਰੋਬਲਮ ਹੈ, ਇਹ ਕਿਉਂ ਨਹੀਂ ਇੱਕ ਬੈਠ ਕੇ ਸੁਲਝਾਈਆਂ ਜਾ ਸਕਦੀਆਂ ਟੇਬਲ ਤੇ ਜੀ। ਬਾਕੀ ਜਿੱਦਾਂ ਦੱਸਿਆ ਗਿਆ ਵੀ ਬੰਬ ਵੀ ਚੱਲਦੇ ਹਨ, ਰਾਕਟ ਵੀ ਚੱਲਦੇ ਹਨ, ਉਹਨਾਂ ਨਾਲ ਤਾਂ ਮਸਲੇ ਨਹੀਂ ਸੁਲਝਣੇ। ਧੰਨਵਾਦ ਜੀ। ਜੀ ਡਾਕਟਰ ਸੰਘਾ, ਕੀ ਸੰਭਾਵਨਾ ਹਾਲੇ ਕੁਝ ਗੱਲ ਉੱਭਰ ਕੇ ਆ ਨਹੀਂ ਰਹੀ? ਮਤਲਬ ਠੀਕ ਹੈ, ਅਸੀਂ ਚਾਹੁੰਦੇ ਆ ਕੀ, ਅਸੀਂ ਕੀ ਚਾਹੁੰਦੇ ਆ, ਇਹਦਾ ਕੋਈ ਮਹੱਤਵ ਖਾਸ ਅਹਿਮੀਅਤ ਨਹੀਂ ਹੈ ਸ਼ਾਇਦ। ਹਾਂ, ਇਹਦੇ 3 ਲੈਵਲ ਹੈਗੇ ਆ ਜੀ। ਦਰਅਸਲ ਸਾਡਾ ਪ੍ਰੋਗਰਾਮ ਸੀ ਐਤਕੀ ਜਰੂਸਲਮ ਜਾਣ ਦਾ ਜੀ ਜੀ, ਤਾਂ ਕਿ ਉੱਥੇ ਜਿਹੜੀ ਮਾਨਸਿਕਤਾ ਉਹ ਸਮਝੀ ਜਾ ਸਕੇ। ਪਿਛਲੇ ਸਾਲ ਤਿੱਬਤ ਗਏ ਸੀ, ਸਮਝ ਲਈ ਪਈ ਜਿਹੜੇ ਬੁੱਧਿਸਟ ਲੋਕ ਆ ਉਹ ਕੀ ਮਹਿਸੂਸ ਕਰਦੇ ਆ ਚਾਈਨਾ ਦੇ ਵਿੱਚ। ਤੇ ਇਵੇਂ ਮਤਲਬ ਜਿਹੜੇ ਸਾਰੇ ਆਪਣੇ ਵਰਲਡ ਰਿਲੀਜੀਅਸ ਸੈਂਟਰ ਆ ਉੱਥੇ ਜਾ ਕੇ ਪਤਾ ਲੱਗਦਾ ਕਿ ਉਹ ਕਿਤਾਬਾਂ ਤੁਸੀਂ ਜਿੰਨੀਆਂ ਮਰਜ਼ੀ ਪੜ੍ਹੀ ਜਾਓ ਬਾਹਰ। ਇੱਕ ਤਾਂ ਹੈ ਕਿਉਂਕਿ ਉਹ ਜਿਹੜਾ ਏਰੀਆ ਹੈਗਾ ਉਹ ਕ੍ਰਿਸਚੀਅਨਿਟੀ ਦਾ, ਜੂਡਿਜ਼ਮ ਦਾ, ਇਸਲਾਮ ਦਾ ਓਰੀਜਨਲ ਕੇਂਦਰ ਹੈਗਾ ਜੀ। ਉੱਥੋਂ ਸਾਰੇ ਓਰੀਜਿਨੇਟ ਹੋ ਕੇ ਫੈਲੇ ਹੈਗੇ। ਬਿਲਕੁਲ ਹਾਂਜੀ। ਤੇ ਉਹਦੇ ਵਿੱਚ ਲਾਜ਼ਮੀ ਤੌਰ ਤੇ ਹਿਸਟੋਰਿਕ ਟੈਂਸ਼ਨਸ ਕਾਫੀ ਹੈਗੀਆਂ। ਉਹ ਜਿਹੜੀਆਂ ਹਿਸਟੋਰਿਕ ਟੈਂਸ਼ਨ ਆ ਉਹਦੀ ਕੋਈ ਵੀ ਫਾਰਮੈਟ ਹੋਵੇ ਕੰਟੈਂਪਰੇਰੀ ਵਰਲਡ ਦੇ ਵਿੱਚ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਆ ਜਾਂਦੀ ਹੈ ਜੀ। ਇੱਕ ਤਾਂ ਇਹ ਹੈਗਾ ਕਿ ਮੌਜੂਦਾ ਵਰਲਡ ਦੇ ਵਿੱਚ ਕੋਈ ਇੱਕ ਸਟੇਟ ਐਕਸਕਲੂਸਿਵਲੀ ਇੱਕ ਆਈਡੀਓਲੋਜੀ ਤੇ ਨਹੀਂ ਖੜੀ ਰਹਿ ਸਕਦੀ, ਕਿਉਂਕਿ ਉੱਥੇ ਇੱਕ ਵੀ ਇਨਸਾਨ ਕਿਸੇ ਵੱਖਰੀ ਸੋਚਦਾ ਹੈਗਾ, ਧਰਮ ਦਾ ਹੈਗਾ ਜਾਂ ਆਈਡੀਓਲੋਜੀ ਦਾ, ਉਹਦਾ ਨਜ਼ਰੀਆ ਵੱਖਰਾ ਹੋਣਾ। ਸੋ ਇਸ ਕਰਕੇ ਜਿਹੜੇ ਮਲਟੀ ਰਿਲੀਜੀਅਸ ਸਟੇਟਸ ਹੈਗੀਆਂ ਜਾਂ ਮਲਟੀ ਰੇਸ਼ੀਅਲ ਜਾਂ ਮਲਟੀ ਕਲਚਰਲ, ਲਿਬਰਲ, ਡੈਮੋਕ੍ਰੈਟਿਕ, ਉਹਦੇ ਵਿੱਚ ਜ਼ਿਆਦਾ ਪੀਸ ਦੀ ਸੰਭਾਵਨਾ ਹੈਗੀ ਹੈ। ਤੇ ਇਹ ਜਿਹੜਾ ਅਸੂਲ ਹੈ ਇਹ ਲਾਜ਼ਮੀ ਤੌਰ ਤੇ ਇਜ਼ਰਾਈਲ ਨੂੰ ਵੀ ਤੇ ਪੈਲਸਟੀਨੀਅਨ ਨੂੰ ਵੀ ਆਪੋ ਵਿੱਚ ਇਹ ਅਪਣਾਉਣ ਦੀ ਲੋੜ ਹੈਗੀ ਆ, ਕਿਉਂਕਿ ਸਾਰੇ ਵਰਲਡ ਦੀ ਇੱਕ ਕਿਸਮ ਦੀ ਜਿਹੜੀਆਂ ਰੂਟਸ ਆ ਉਹਦੇ ਨਾਲ ਕਨੈਕਟਡ ਆ ਉੱਥੇ ਉਸ ਇਲਾਕੇ ਦੇ ਨਾਲ। ਕਿਉਂਕਿ ਦੁਨੀਆ ਦੇ ਵਿੱਚ ਮੁਸਲਮਾਨ ਵੀ ਤੇ ਈਸਾਈ ਵੀ ਤੇ ਜੂਇਸ਼ ਵੀ ਉਸ ਇਲਾਕੇ ਦੇ ਵਿੱਚ ਜਾ ਕੇ ਸਿੱਖਣਾ ਚਾਹੁੰਦੇ, ਇਤਿਹਾਸ ਦੇਖਣਾ ਚਾਹੁੰਦੇ ਆ ਤੇ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ। ਸੋ ਇਹ ਹਿਊਮਨ ਹੈਰੀਟੇਜ ਦੀ ਉਹ ਇੱਕ ਕਿਸਮ ਦੀ ਜੜ ਹੈਗੀ ਆ ਬਿਲਕੁਲ ਪਾਰਟਲੀ। ਤੇ ਦੂਸਰਾ ਇਹਦਾ ਇਹ ਲੈਵਲ ਹੈਗਾ ਕਿਉਂਕਿ ਆਪਾਂ ਪਹਿਲਾਂ UN ਦੀ ਗੱਲ ਕੀਤੀ ਸੀ। UN ਆਪਣੇ ਆਪ ਦੇ ਵਿੱਚ ਬੜੀ ਹੁਣ ਕਮਜ਼ੋਰ ਬੋਡੀ ਹੈਗੀ ਆ ਜੀ। ਉਹਦੀ ਇੱਕ ਵਜ੍ਹਾ ਇਹ ਹੈਗੀ ਆ ਕਿ ਇਟਸੈਲਫ ਜਿਹੜੇ ਫਾਊਂਡਰ ਆ ਉਹ ਫਰੈਗਮੈਂਟਡ ਆ, ਕਿਉਂਕਿ ਰਸ਼ੀਅਨ ਫੈਡਰੇਸ਼ਨ ਤੇ USA, EU ਤੇ ਬਾਕੀ ਸਾਰਾ, ਪਰ ਉਹਦੇ ਵਿੱਚ ਜਿਹੜੀ ਆਲਟਰਨੇਟਿਵ ਡਿਵੈਲਪਮੈਂਟ ਹੋ ਰਹੀ ਹੈ
ਜਿਵੇਂ ਆ ਰੀਸੈਂਟਲੀ ਬ੍ਰਿਕਸ ਨੇਸ਼ਨ ਦਾ ਬ੍ਰਾਜ਼ੀਲ, ਰਸ਼ੀਆ, ਚਾਈਨਾ, ਇੰਡੀਆ, ਸਾਊਥ ਅਫਰੀਕਾ ਜੀ, ਉਹਨਾਂ ਨੇ 100 ਬਿਲੀਅਨ ਪਾਉਂਡ ਦੀ ਨਵੀਂ ਬੈਂਕ ਡਿਵੈਲਪਮੈਂਟ ਸ਼ੁਰੂ ਕਰ ਲਈ। ਅੱਛਾ, ਇੰਡੀਆ ਦਾ ਇਹਦੇ ਵਿੱਚ ਪਰਸਪੈਕਟਿਵ ਇਹ ਹੈਗਾ ਕਿ ਆਪਾਂ ਨੂੰ ਜਿਹੜੇ ਵਰਲਡ ਦੇ ਇੰਸਟੀਟਿਊਸ਼ਨ ਉਹ ਰਿਫਾਰਮ ਕਰਨੇ ਚਾਹੀਦੇ ਆ, ਕਿਉਂਕਿ ਉਹ ਸਾਡੇ ਲੋਕਾਂ ਦੀ ਸਹਾਇਤਾ ਨਹੀਂ ਕਰ ਰਹੇ ਜੀ, ਉਹ ਜਿਹੜੇ ਵੈਸਟਰਨ ਇੰਟਰਸਟ ਹੈ ਉਹਨਾਂ ਦੀ ਸਹਾਇਤਾ ਕਰ ਰਹੇ ਆ। ਇਹ ਨਜ਼ੀਰ ਸਾਹਿਬ ਨੇ ਵੀ ਨੁਕਤਾ ਉਠਾਇਆ ਸੀ। ਜਿਹੜੇ ਡਿਵੈਲਪਿੰਗ ਕੰਟਰੀਜ਼ ਹੈਗੇ ਆ, ਲਾਜ਼ਮੀ ਤੌਰ ਤੇ ਪੈਲਸਟੀਨ ਇਟਸੈਲਫ ਇਜ਼ਰਾਈਲ ਵੀ ਡਿਵੈਲਪਿੰਗ ਕੰਟਰੀ ਹੈ ਨਾ, ਕਿਉਂਕਿ ਡਿਵੈਲਪ ਤਾਂ ਅਜੇ ਮਤਲਬ ਕਿਸੇ ਡੈਕੇਡਸ ਦੇ ਜਾ ਕੇ ਹੋਗਾ ਪੂਰਾ, ਤੇ ਲੋੜ ਹੈਗੀ ਆ। ਤੇ ਉਹ ਜਿਹੜਾ ਆਲਟਰਨੇਟਿਵ ਅਪਰੋਚ ਹੈਗੀ ਆ, ਨਵੇਂ ਪਾਵਰ ਸੈਂਟਰ ਵਿਦਨ UN ਕਾਇਮ ਕਰਕੇ ਤੇ ਜਿਹੜੇ ਐਸਟੈਬਲਿਸ਼ ਆ ਉਹਨਾਂ ਨੂੰ ਇਨਫਲੂਐਂਸ ਕੀਤਾ ਜਾਵੇ ਵੀ ਤੁਹਾਡੀ ਨਹੀਂ ਹੁਣ ਚੱਲਣੀ, ਕਿਉਂਕਿ ਅਮਰੀਕਾ ਇਟਸੈਲਫ ਚਾਈਨਾ ਦਾ ਕਰਜ਼ਾਈ ਆ, ਤੇ ਸਵਾਏ ਮਤਲਬ ਕਿ ਆਰਮਾਮੈਂਟ ਤੋਂ ਉਹਨਾਂ ਦੇ ਪਾਸ ਇਕਨੋਮਿਕਲੀ ਤਾਂ ਬੜੀ ਖੋਖਲਾਪਨ ਹੈਗਾ, ਕਿਉਂਕਿ ਠੀਕ ਹੈ ਵੀ ਵਰਲਡ ਦਾ ਜਿਹੜਾ ਕਰੰਸੀ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਗੀ ਆ, ਫਾਈਨੈਂਸ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਗਾ, ਪੋਲੀਟਿਕਸ। ਹੁਣ ਮਤਲਬ ਇਹ ਰਿਅਲਾਈਜ਼ ਕਰਦੇ ਦਰਅਸਲ ਅਸੀਂ ਅਮਰੀਕਾ ਤੋਂ ਬਾਹਰ ਜਾਂ ਯੂਰਪ ਤੋਂ ਬਾਅਦ ਕੋਈ ਵਾਰ ਲੜ ਨਹੀਂ ਸਕਦੇ, ਨਾ ਇੰਨੀ ਹਿੰਮਤ ਹੈ ਤੇ ਨਾ ਇੰਨੀ ਮਤਲਬ ਕਿ ਉਹਨਾਂ ਦੇ ਵਿੱਚ ਮਾਨਸਿਕ ਸ਼ਕਤੀ ਹੈਗੀ ਆ, ਕਿਉਂਕਿ ਉਹ ਇੱਕ ਕਿਸਮ ਦਾ ਏਰਾ ਗੁਜ਼ਰਿਆ। ਸੋ ਇਹਦੇ ਹਿਸਾਬ ਦੇ ਨਾਲ ਮਿਡਲ ਈਸਟ, ਇੰਡੀਆ ਤੇ ਬਾਕੀਆਂ ਨੂੰ ਖੜੇ ਹੋਣ ਦੀ ਲੋੜ ਆ। ਅਖੀਰਲਾ ਮੇਰਾ ਨੁਕਤਾ ਇਹ ਹੈਗਾ ਕਿ ਦਰਅਸਲ ਹਿਊਮੈਨਿਟੀ ਆਮ ਤੌਰ ਤੇ ਪੱਛਮ ਵੱਲ ਦੇਖਦੀ ਪਈ ਸਾਡੇ ਲਈ ਸੋਲੂਸ਼ਨ ਲੱਭੋ, ਪਰ ਆਪਣੇ ਵੱਲ ਦੇਖਣਾ ਚਾਹੀਦਾ ਵੀ ਅਸੀਂ ਸੋਲੂਸ਼ਨ ਕੀ ਲੱਭ ਸਕਦੇ ਹਾਂ। ਤੁਸੀਂ ਹਿਮਾਲਿਆ ਦੇ ਪਰਲੇ ਪਾਸੇ ਜਾਓ, ਅਸੀਂ ਪਿਛਲੇ ਸਾਲ ਹੈਰਾਨ ਹੋ ਗਏ ਕਿ ਚਾਈਨਾ, ਹਾਂਗਕਾਂਗ, ਮਲੇਸ਼ੀਆ, ਸਿੰਗਾਪੁਰ ਤੇ ਪਰੇ ਬਹੁਤ ਡਿਵੈਲਪ ਇਕਨੋਮੀ ਹੈਗੀਆਂ, ਬੜੀ ਉੱਥੇ ਅਮੀਰੀ ਹੈਗੀ ਹੈ, ਤੇ ਉਹ ਲੋਕ ਚਾਹੁੰਦੇ ਆ ਕਿ ਇੰਡੀਆ ਚਾਈਨਾ ਦੀ ਆਪੋ ਵਿੱਚ ਗੱਲਬਾਤ ਹੋਵੇ ਤੇ ਆਲਟਰਨੇਟਿਵ ਜਿਹੜੀ ਆਵਾਜ਼ ਹੈ ਉਹ ਸਾਹਮਣੇ ਆਵੇ। ਜੀ ਜੀ, ਰਿਸ਼ੀ ਭਈ ਰਸ਼ੀਅਨ ਬਲੌਕ ਦੇ ਥੋੜਾ ਇਦਾਂ ਹੋਣ ਤੋਂ ਬਾਅਦ ਚਾਈਨਾ ਕਿਉਂ ਨਹੀਂ ਉਹਦਾ, ਕਿਉਂਕਿ ਆਖਿਰ ਗੱਲ ਤਾਂ ਤਵਾਜ਼ਨ ਦੀ ਹੈ ਜੀ। ਬਿਲਕੁਲ ਬਿਲਕੁਲ, ਜੇ ਕੋਈ ਤਵਾਜ਼ਨ ਬਣਿਆ ਰਹੇਗਾ ਤਾਂ ਸ਼ਾਂਤੀ ਬਣੀ ਰਹੇਗੀ, ਨਹੀਂ ਤਾਂ ਕਿਸੇ ਗਰੀਬ ਦਾ ਗਲ ਘੁੱਟ ਹੀ ਹੋਣਾ। ਬਿਲਕੁਲ, ਉਧਰ ਘੁੱਟ ਹੋਣ ਕਿਸੇ ਹੋਰ ਦਾ ਮਾਰੇ ਜਾਣਗੇ ਨਾ। ਜਿਹੜੀ ਗੱਲ ਲਰਨ ਕਰਨ ਵਾਲੀ ਹੈ ਨਾ, ਤੁਹਾਡੀ ਵਿੱਚੇ ਸਵਾਲ ਦੇ ਵਿੱਚ ਮੈਂ ਟੋਕਤਾ ਹੈਗਾ, ਬੜੀ ਦੇਰ ਦੀ ਇਨਕੇ ਦਿਮਾਗ ਵਿੱਚ ਇਹ ਕਸ਼ਮਕਸ਼ ਚੱਲ ਰਹੀ ਸੀ, ਜਿੱਦਾਂ ਯੂਰਪ ਵਿੱਚ ਸਾਰੇ ਇਹ ਇਕੱਠੇ ਹੋ ਗਏ ਹੈ, ਜਿੰਨਾ ਵੀ ਯੂਰਪੀਅਨ ਯੂਨੀਅਨ ਬਣਾ ਲਈ ਆ। ਅਸੀਂ ਇਨਕੇ ਮੂਰਖ ਰਾਣਾ ਇਨਕੇ ਇੰਨੀ ਦੇਰ ਦਾ ਲੜੀ ਜਾ ਰਹੇ ਹਾਂ, ਕਦੀ ਪਾਕਿਸਤਾਨ ਨੇ ਸਾਡੇ 'ਤੇ ਹਮਲਾ ਕਰਤਾ, ਕਦੀ ਪਾਕਿਸਤਾਨ 'ਤੇ ਅਸੀਂ ਕਰਤਾ, ਕਦੀ ਚੀਨ ਨੇ ਕਰਤਾ, ਆਪਣਾ ਨਹੀਂ ਵੀ ਸਾਡਾ ਬਲੌਕ ਕਿਉਂ ਨਹੀਂ ਬਣਦਾ ਹੈਗਾ। ਜਿੰਨਾ ਮਿਡਲ ਈਸਟ ਵਿੱਚ ਇੰਨਾ ਪੈਸਾ ਹੈਗਾ, ਇੰਡੀਅਨ ਸਬ ਕੰਟੀਨੈਂਟ ਹੈਗਾ, ਚਾਈਨਾ ਨਾਲ ਹੈਗਾ, ਯਾਨੀ ਕਿ ਇਹ ਸਾਰਾ ਜਿਹੜਾ ਬਲੌਕ ਹੈਗਾ ਇੱਕ ਬਣ ਸਕਦਾ, ਬਹੁਤ ਵੱਡੀ ਲੌਬੀ ਬਣ ਸਕਦੀ ਹੈ। ਯਾਨੀ ਕਿ ਜਿਹੜਾ ਵੈਸਟਰਨ ਯੂਰਪ ਸਾਰਾ ਹੈਗਾ ਉਹ ਸਾਡੇ ਦੇਖ ਸਕਦਾ ਵੀ ਇਹ ਬੰਦੇ ਇਹਨਾਂ ਦੀ ਗੱਲ ਵੀ ਸੁਣੋ। ਸਾਡੀ ਗੱਲ ਇਸੇ ਕਰਕੇ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਾਡੀ ਜਿਹੜੀ ਹੈਗੀ ਯੂਨੀਅਨ ਨਹੀਂ ਹੈਗੀ, ਸਾਡੀ ਜਿਹੜੀ ਹੈਗੀ ਆ ਕੋਈ ਨਾ ਕੋਈ ਉਹ ਜਿਹੜਾ ਹਥਿਆਰ ਉਹਨੂੰ ਦੇ ਕੇ ਉਹਨੂੰ ਦੇ ਕੇ ਲੜਾਈ ਕਰਾਈ ਰੱਖਦੇ ਹੈਗੇ ਆ। ਜਿੰਨੀ ਦੇਰ ਯਾਨੀ ਕਿ ਅਸੀਂ ਡਿਫਰੈਂਸਿਸ ਨੂੰ ਦੂਰ ਕਰਕੇ, ਠੀਕ ਹੈ ਸਾਡੇ ਡਿਫਰੈਂਸਿਸ ਹੈਗੇ ਆ, ਬਟ ਔਨ ਦੀ ਅਦਰ ਹੈਂਡ ਸਾਡੀ ਯਾਨੀ ਕਿ ਜੇ ਤੁਸੀਂ ਰਿਲੀਜੀਅਸ ਫਿਲਾਸਫੀਜ਼ ਵੀ ਦੇਖੋ ਉਹ ਵੀ ਥੋੜਾ 19-21 ਦਾ ਫਰਕ ਹੈ। ਯਾਨੀ ਕਿ ਮਿਡਲ ਈਸਟ ਤੁਸੀਂ ਲਾ ਲਓ, ਯਾਨੀ ਕਿ ਜਾਂ ਇੰਡੀਆ ਦੇ ਵਿੱਚ ਤੁਸੀਂ ਲਾ ਲਓ, ਉਸ ਬੇਸ ਤੇ ਜਿਹੜਾ ਹੈਗਾ ਅਸੀਂ ਜਿਹੜੀ ਹੁਣ ਇਕਨੋਮਿਕ ਪਾਵਰ ਵੀ ਬਣ ਰਹੀ ਹੈਗੀ ਆ, ਜੇ ਉਹ ਅਸੀਂ ਬਲੌਕੇਜ ਬਣਾ ਲਈਏ ਦੈਨ ਇਹ ਜਿਹੜੀ ਤੁਸੀਂ ਇੰਬੈਲੈਂਸ ਦੀ ਗੱਲ ਕੀਤੀ ਪਾਵਰ ਦੀ ਹੈ ਨਾ, ਉਹ ਬੈਲੈਂਸ ਜਿਹੜਾ ਕ੍ਰੀਏਟ ਕੀਤਾ ਜਾ ਸਕਦਾ। ਪਹਿਲਾਂ ਇਸ ਕਰਕੇ ਸੀਗਾ ਕਿਉਂਕਿ ਰਸ਼ੀਆ ਦੀ ਬੜੀ ਤਕੜੀ ਲੌਬੀ ਸੀ। ਰਸ਼ੀਅਨ ਜਦੋਂ ਯਾਨੀ ਕਿ ਥੈਚਰ ਨੇ ਰਸ਼ੀਆ ਜਿਹੜਾ ਹੈਗਾ ਟੁਕੜੇ ਕਰਤਾ, ਉਦੋਂ ਬਾਅਦ ਯਾਨੀ ਕਿ ਜਿਹੜਾ ਹੈਗਾ ਉਹਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਹੈ। ਤੇ ਚਾਈਨਾ ਜਿਹੜਾ ਹੈਗਾ ਕਿਉਂਕਿ ਉਹਦੀਆਂ ਆਪਣੀਆਂ ਸਮੱਸਿਆਵਾਂ ਹੈਗੀਆਂ, ਪਾਪੂਲੇਸ਼ਨ ਬੜੀ ਵਧੀਆ ਜੋ ਬਹੁਤ ਵੱਡੀ ਹੈਗੀ ਆ, ਫਿਰ ਵੀ ਯਾਨੀ ਕਿ ਇਕਨੋਮਿਕ ਪਾਵਰ ਦੇ ਤੌਰ ਤੇ ਬੜੀ ਯਾਨੀ ਕਿ ਜ਼ਬਰਦਸਤ ਬਾਹਰ ਉਹਨੇ ਉਭਾਰ ਲਿਆਂਦਾ ਹੈਗਾ ਕੰਪੇਅਰ ਟੂ ਇੰਡੀਆ। ਤੇ ਮੈਂ ਮਹਿਸੂਸ ਇਹ ਕਰ ਲਿਆ ਸਾਨੂੰ ਇਹ ਸੋਚਣ ਦੀ ਗੱਲ ਹੈ, ਜਿੱਦਾਂ ਸਿੰਘਾ ਸਾਹਿਬ ਨੇ ਗੱਲ ਕੀਤੀ, ਸਾਨੂੰ ਇੰਟਰਨਲੀ ਆਪਣੇ ਤੇ ਦੇਖਣ ਦੀ ਜ਼ਰੂਰਤ ਹੈ, ਨਾ ਕਿ ਇਹਨਾਂ ਨਾਲ ਦੇਖੀਏ ਵੀ ਇਹ ਸਾਨੂੰ ਕੀ ਦਿੰਦੇ ਹੈਗੇ ਆ। ਜਿੰਨੀ ਦੇਰ ਅਸੀਂ ਯੂਨਾਈਟਿਡ ਹੋ ਕੇ ਅਸੀਂ ਆਪਣਾ ਜਿਹੜਾ ਹੈਗਾ ਬਲੌਕ ਨਹੀਂ ਬਣਾਉਂਦੇ ਹੈਗੇ, ਉਹ ਜਦੋਂ ਬਲੌਕ ਕਿ ਬਣ ਜਾਂਦਾ, ਪਾਵਰ ਬਣ ਜਾਂਦੀ ਆ, ਫਿਰ ਤਾਂ ਇਜ਼ਰਾਈਲ ਨੂੰ ਵੀ ਕਹਿ ਸਕਦੇ ਵੀ ਭਾਈ ਬੰਦਾ ਲੈ ਵੀ ਆਹ ਗੱਲ ਇਦਾਂ ਆ ਵੀ ਤੂੰ ਇਹਨਾਂ ਤੇ ਜਿਹੜਾ ਧੱਕਾ ਨਹੀਂ ਕਰ ਸਕਦਾ ਹੈਗਾ, ਤੇ ਫਿਰ ਹੀ ਕਿਸੇ ਪਾਸੇ ਮੈਨੂੰ ਲੱਗਦਾ ਪਰਮਾਨੈਂਟ ਸੋਲੂਸ਼ਨ ਲੱਗਣਾ। ਨਹੀਂ ਤਾਂ ਇਹ ਹਥਿਆਰ ਵੀ ਵੇਚੀ ਜਾਂਦੇ ਆ, ਅਮਰੀਕਾ ਵੀ ਵੇਚੀ ਜਾਂਦਾ ਹਥਿਆਰ, ਆਪਣੇ ਇਹਨਾਂ ਦੇ ਜਾਤੀ ਮਫਾਦ ਹੈਗੇ, ਇਨਵੈਸਟਡ ਇੰਟਰਸਟ ਹੈਗਾ, ਤੇ ਇਸ ਕਰਕੇ ਕਿਸੇ ਪਾਸੇ ਗੱਲ ਫਿਰ ਲੱਗ ਨਹੀਂ ਰਹੀ। ਅਵਾਨ ਸਾਹਿਬ ਜਿਹੜੀ ਗੱਲ ਤਵਾਜ਼ਨ ਦੀ ਆ ਰਹੀ ਹੈ ਨਾ, ਸਾਊਦੀ ਅਰੇਬੀਆ ਦੇ ਆਪਣੇ ਇੰਟਰਸਟ ਨੇ, ਅਸੀਂ ਸ਼ਾਇਦ ਕਾਮਨਵੈਲਥ ਦੇ ਵਿੱਚ ਹੀ ਇੱਕ ਤਰ੍ਹਾਂ ਦੇ ਨਾਲ ਵੱਜੇ ਪਏ ਆ। ਕਾਮਨਵੈਲਥ ਵੀ ਪ੍ਰੋਬਲਮ ਹੈ ਜਾਂ ਉੱਥੋਂ ਹਿਲਜੁਲ ਹੋ ਹੀ ਨਹੀਂ ਸਕਦੀ ਉਹਦੇ ਵਿੱਚ ਵੀ? ਕਾਮਨਵੈਲਥ ਜਿਹੜਾ ਤੇ ਆਈ ਥਿੰਕ ਇਟਸ ਮੇਰੇ ਖਿਆਲ ਜੀ ਇੱਕ ਇੰਪੋਰਟੈਂਟ ਇਸਟੈਬਲਿਸ਼ਮੈਂਟ ਹੈ ਜੀ, ਕਿਉਂਕਿ ਪੁਰਾਣੇ ਜਿਹੜੇ ਬ੍ਰਿਟਿਸ਼ ਕਾਲੋਨੀਜ਼ ਸਨ ਉਹ ਉਹਨਾਂ ਦੀ ਇਹ ਮਤਲਬ ਇੱਕ ਐਸੋਸੀਏਸ਼ਨ ਹੈ ਜਿਸ ਵਿੱਚ ਟ੍ਰੇਡ ਕਾਫੀ ਹੁੰਦਾ ਹੈ, ਐਜੂਕੇਸ਼ਨ ਤੇ ਟ੍ਰੇਡ ਤੇ ਹੁੰਦੀ ਹੈ, ਹਿੱਤ ਤੇ ਬੇਸਿਕਲੀ ਟ੍ਰੇਡ ਵਾਸਤੇ ਵੀ, ਔਰ ਫਾਇਦਾ ਜ਼ਿਆਦਾਤਰ ਵੈਸਟ ਨੂੰ ਹੋ ਰਿਹਾ ਹੈ ਜੀ। ਹਾਂਜੀ, ਜ਼ਿਆਦਾਤਰ ਕਾਮਨਵੈਲਥ ਨੇਸ਼ਨਸ ਨਹੀਂ ਹੁੰਦਾ। ਪਰ ਜਦੋਂ ਆਪਾਂ ਗੱਲ ਕਰਦੇ ਸਪੈਸ਼ਲ ਰਿਲੇਸ਼ਨ, ਜਦੋਂ ਇਹ ਗੱਲ ਕਰਦੇ ਵੀ ਚਾਈਨਾ, ਇੰਡੀਆ ਜਾਂ ਏਸ਼ੀਅਨ ਹੋਰ ਜਿਹੜੀਆਂ ਹੈਗੀਆਂ ਤਾਕਤਾਂ, ਸਾਡੇ ਜਿਹੜੀ ਸਪੈਸ਼ਲ ਰਿਲੇਸ਼ਨਸ਼ਿਪ ਹੈ ਇਸ ਦੇਸ਼ ਦੇ ਨਾਲ, ਉਹ ਤੇ ਬਣੀ ਰਹੂਗੀ? ਉਹ ਤਾਂ ਹਮੇਸ਼ਾ ਬਣੀ ਰਹੇਗੀ ਕਿਉਂਕਿ ਹਿਸਟੋਰੀਕਲੀ ਸਾਡੇ ਟਾਈਜ਼ ਇਹ ਤੇ ਬਦਲੇ ਹੈ ਨਹੀਂ ਜੀ। ਹਾਂਜੀ, ਫਿਰ ਤੇ ਇਹਦਾ ਕੋਈ ਹੈ ਨਹੀਂਗਾ ਸਬਸਟੀਟਿਊਟ।
ਅਲਟਰਨੇਟਿਵ ਹੈ ਹਾਂਜੀ ਕੋਈ ਲੇਕਿਨ ਤੁਸੀਂ ਇਹ ਦੇਖੋ ਅਸੀਂ ਹੁਣ ਗੱਲ ਕਰ ਰਹੇ ਸਾਂ ਫਸਟ ਆਫ ਆਲ ਗੱਲ ਕਰਨੀ ਚਾਹੀਦੀ ਹੈ ਕਿ ਹੁਣ ਯੂਰਪ ਇਕੱਠਾ ਹੋਇਆ ਹੈ ਜੀ 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 ਔਰ ਇਤਨਾ ਆਸਾਨ ਨਹੀਂ ਹੋਇਆ ਕਿ ਇਕੱਠਾ ਹੋਇਆ ਹੈ ਸਾਡੀ ਮਤਲਬ ਇਹ ਪਿਛਲੇ ਜ਼ਰੂਰੀ ਨਹੀਂ ਬਾਰੀ ਨਾਲ ਹੀ ਬੋਲਣਾ ਇਫ ਯੂ ਫਾਈਂਡ ਐਨੀ ਇਹਦੇ ਵਿੱਚ ਪੁਆਇੰਟ ਲੱਭੋ ਉਹਦੇ ਵਿੱਚ ਮੈਂ ਨਜ਼ੀਰ ਸਾਹਿਬ ਦੇ ਪੁਆਇੰਟ ਵਿੱਚ ਸਿਰਫ ਇੱਕ ਸੈਕਿੰਡ ਯੂਰਪ ਦੇ ਤੇ ਅਮਰੀਕਾ ਦੇ ਬਹੁਤ ਸਾਰੇ ਡਿਫਰੈਂਸਸ ਆ ਜੀ ਜੀ ਟ੍ਰੇਡ ਦੇ ਡਿਸਪਿਊਟ ਹੈਗੇ ਆ ਫਿਰ ਵੀ ਪੋਲੀਟੀਕਲ ਇਹਨਾਂ ਦਾ ਕੰਸੈਂਸਸ ਬਣਿਆ ਹੋਇਆ ਸੌਰੀ ਫॉर द ਪੁਆਇੰਟ ਲੇਕਿਨ ਇਹ ਤੁਸੀਂ ਦੇਖੋ ਕਿ ਇਹ ਇਕੱਠੇ ਹੋਏ ਨਾ ਇਟਸ ਓਨਲੀ ਮੈਟਰ ਆਫ 10-15 ਇਅਰਸ ਹੈ ਜ਼ਿਆਦਾ ਟਾਈਮ ਨਹੀਂ ਹੋਇਆ ਲੇਕਿਨ ਅੱਜ ਤੁਸੀਂ ਦੇਖੋ ਲਾਸਟ ਟਾਈਮ ਜਦੋਂ VOTING ਹੋਈ ਹੈ ਯੂਰੋਪੀਅਨ ਇਲੈਕਸ਼ਨਸ ਤੇ ਫਾਰ ਰਾਈਟ ਪਾਰਟੀਆਂ ਜਿੱਤੀਆਂ ਜਿਹੜੇ ਚਾਹੁੰਦੇ ਨੇ ਕਿ ਅਸੀਂ ਯੂਰਪ ਚੋਂ ਨਿਕਲੀਏ ਜੀ ਜੀ ਹੈ ਜੀ ਇੱਥੇ ਤੁਸੀਂ ਦੇਖੋ UK ਪੇ ਫਰਾਂਸ ਹੀ ਦੇਖੋ ਜਰਮਨੀ ਦੇਖੋ ਤੁਸੀਂ ਸਪੇਨ ਹੀ ਦੇਖੋ ਅੱਛਾ ਤੁਸੀਂ ਇਹ ਦੇਖੋ ਕਿ ਜਦੋਂ ਇਕੱਠੇ ਹੋਏ ਨੇ ਤੇ ਨੁਕਸਾਨ ਕਿੰਨਾ ਹੈ ਮੁਲਕਾਂ ਦਾ ਬ੍ਰਿਟਿਸ਼ ਲੋਕ ਸਾਡੇ ਲੋਕਾਂ ਦਾ ਵੀ ਆਰ ਟੈਕਸ ਪੇਅਰਸ ਟੂ ਦਿਸ ਕੰਟਰੀ ਵੀ ਹੈਵ ਬੀਨ ਨੈਟ ਕੰਟਰੀਬਿਊਟਰਸ ਟੂ ਯੂਰਪ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਸਾਨੂੰ ਨੁਕਸਾਨ ਹੀ ਹੋਇਆ ਹੈ ਇਸੇ ਤਰ੍ਹਾਂ ਸਪੇਨ ਦੇਖੋ ਅੱਜ ਗਰੀਬ ਹੋ ਗਿਆ ਹੈ ਇਟਲੀ ਦੇਖੋ ਅੱਜ ਗਰੀਬ ਹੋ ਗਿਆ ਹੈ ਅੱਛਾ ਤੁਸੀਂ ਗ੍ਰੀਸ ਦੇਖੋ ਉੱਥੇ ਬਿਲਕੁਲ ਇਟ ਇਜ਼ ਅ ਥਰਡ ਵਰਲਡ ਕੰਟਰੀ ਤੇ ਇਹ ਜ਼ਰੂਰੀ ਨਹੀਂ ਕਿ ਇਕੱਠੇ ਹੋ ਕੇ ਤੇ ਇਕਨੋਮਿਕਲੀ ਤੁਹਾਡੀ ਸਿਚੁਏਸ਼ਨ ਬਿਹਤਰ ਹੋ ਜਾਏਗੀ ਮੇ ਬੀ ਪੋਲੀਟੀਕਲੀ ਯੂ ਮਾਈਟ ਬੀ ਸਟਰੋਂਗ ਲੇਕਿਨ ਤੁਸੀਂ ਇਹ ਦੇਖਣਾ ਹੈ ਕਿ ਜਿਹੜਾ ਆਮ ਆਦਮੀ ਹੈ ਉਸ ਨੂੰ ਕੀ ਫਾਇਦਾ ਹੈ ਕਿਉਂਕਿ ਪਬਲਿਕ ਜ਼ਿਆਦਾ ਪਬਲਿਕ ਹੁੰਦੀ ਹੈ ਪੋਲਿਟਿਕਸ ਇਫੈਕਟਸ ਓਨਲੀ ਸਰਟਨ ਪੀਪਲ ਲੇਕਿਨ ਮੇਨ ਜਿਹੜਾ ਇਫੈਕਟ ਹੁੰਦਾ ਉਸ ਦਾ ਪਬਲਿਕ ਤੇ ਹੁੰਦਾ ਹੈ ਅੱਛਾ ਅੱਜ ਗੱਲ ਕਰ ਰਹੇ ਸਾਂ ਅਸੀਂ ਗਾਜ਼ਾ ਦੀ ਗਾਜ਼ਾ ਇਜ਼ ਕੰਟਰੋਲਡ ਬਾਈ ਏ ਜ਼ਾਇਨਿਸਟ ਰਜੀਮ Zionism ਦਾ ਮਤਲਬ ਇਹ ਹੈ ਕਿ they want to control the world. It is a movement which started in 1890. ਉਹਨਾਂ ਦਾ ਇੱਕ protocols ਹਨ the protocols of the elders of the Zionist nation ਹਾਂਜੀ ਉਹ ਇਹ ਚਾਹੁੰਦੇ ਨੇ ਕਿ politically ਮੀਡੀਆ ਐਂਡ ਫਾਈਨੈਂਸ਼ੀਅਲੀ ਅਸੀਂ ਪੂਰੀ ਦੁਨੀਆ ਕੰਟਰੋਲ ਕਰੀਏ ਜਦੋਂ ਤੱਕ ਇਹ ਫਿਲਾਸਫੀ ਖਤਮ ਨਹੀਂ ਹੋਏਗੀ ਵੀ ਕੈਨਟ ਹੈਵ ਪੀਸ ਜੀ ਪੀਸ ਤੇ ਦੇਖੋ ਨਾ ਯਾਸਰ ਅਰਾਫਾਤ ਜਦੋਂ ਸੀ 20 ਸਾਲ ਉਹ 25 ਸਾਲ ਉਹ ਕਈ ਦਫਾ ਵਾਸ਼ਿੰਗਟਨ ਗਿਆ ਕਈ ਮੀਟਿੰਗਸ ਹੋਈਆਂ ਨੋਰਵੇ ਗਏ ਬ੍ਰਿਟਨ ਵਿੱਚ ਆਏ ਕਈ ਦਫਾ ਲੇਕਿਨ ਇਜ਼ਰਾਈਲ ਹਮੇਸ਼ਾ ਆਖਰੀ ਕੋਈ ਐਸਾ ਲੱਭਦਾ ਕੋਈ ਪੁਆਇੰਟ ਕਿ ਉਸ ਨੂੰ ਖਤਮ ਕੀਤਾ ਜਾਏ ਪੀਸ ਪ੍ਰੋਸੈਸ ਨੂੰ ਜੀ ਦੇ ਆਰ ਨਾਟ ਇੰਟਰਸਟਿਡ ਇਨ ਹੈਵਿੰਗ ਅ ਟੂ ਸਟੇਟ ਸੋਲੂਸ਼ਨ ਜਦੋਂ ਤੱਕ ਉਹ ਖੁਦ ਸਿੰਸੀਅਰ ਨਹੀਂ ਹੋਏਗਾ ਇਜ਼ਰਾਈਲ ਜੀ ਉੱਥੇ ਪੀਸ ਨਹੀਂ ਆ ਸਕਦਾ ਸੋ ਮਹੇਸ਼ ਸਾਹਿਬ ਕਾਫੀ ਕੰਪਲਿਕੇਟਡ ਮੁੱਦਾ ਹੋ ਗਿਆ ਜੀ ਹਾਂਜੀ ਤੁਸੀਂ ਕੀ ਕੱਢਿਆ ਇਹਦੇ ਵਿੱਚੋਂ ਮੇਰਾ ਜਿਹੜਾ ਸੋਲੂਸ਼ਨ ਮੈਂ ਸਮਝਦਾ ਕਿ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਜੀ ਜੀ ਉਹਨੂੰ ਡਿਸਕਸ ਕਰਨ ਦਾ ਮਾਦਾ ਹੋਣਾ ਚਾਹੀਦਾ ਜੀ ਜਿੰਨਾ ਚਿਰ ਅਸੀਂ ਮੁਸ਼ਕਲ ਨੂੰ ਡਿਸਕਸ ਨਹੀਂ ਕਰਦੇ ਉਨਾ ਚਿਰ ਉਹਦਾ ਹੱਲ ਨਹੀਂ ਨਿਕਲ ਸਕਦਾ ਤੇ ਜੇ ਅਸੀਂ ਉਹਦਾ ਸੋਲੂਸ਼ਨ ਇਹੀ ਕੱਢਿਆ ਕਿ ਵੀ ਤੁਸੀਂ ਮੇਤੇ ਅਟੈਕ ਕੀਤਾ ਮੈਂ ਤੁਹਾਤੇ ਕਰਾਂ ਉਹ ਤਾਂ ਮਸਲਾ ਵਧੇਗਾ ਉਹਨਾਂ ਘਟੇਗਾ ਨਹੀਂ ਜੀ ਜਿੱਦਾਂ ਨਜ਼ੀਰ ਸਾਹਿਬ ਨੇ ਕਿਹਾ ਵੀ ਇਕੱਠੇ ਹੋਣਾ ਜ਼ਰੂਰੀ ਨਹੀਂ ਕਿ ਵੀ ਉਹਦਾ ਹੱਲ ਨਿਕਲੇ ਨੁਕਸਾਨ ਵੀ ਹੋ ਸਕਦਾ ਲੇਕਿਨ ਜ਼ਿਆਦਾ ਤੌਰ 'ਤੇ ਹੁੰਦਾ ਕਿ ਦੋ ਬੰਦੇ ਬੈਠਣਗੇ ਕੋਈ ਸੋਲੂਸ਼ਨ ਨਿਕਲੇ ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀਗੇ ਵੀ ਤੁਹਾਨੂੰ ਕੋਈ ਤਕਲੀਫ ਆ ਉਹਨੂੰ ਸ਼ੇਅਰ ਕਰੋ ਹੋ ਸਕਦਾ ਦੂਸਰੇ ਬੰਦੇ ਕੋਲ ਉਹਦਾ ਹੱਲ ਹੋਵੇ ਤੇ ਜਿੰਨਾ ਚਿਰ ਅਸੀਂ ਡਿਸਕਸ ਨਹੀਂ ਕਰਦੇ ਮੈਂ ਸਮਝਦਾ ਕਿ ਇਹਦਾ ਸੋਲੂਸ਼ਨ ਬੈਠ ਕੇ ਯੂਨਿਟੀ ਨਾਲ ਹੋ ਸਕਦਾ ਵੈਸੇ ਤਾਂ ਹਰ ਇੱਕ ਬੰਦਾ ਮਤਲਬ ਪ੍ਰਸਤ ਆ ਹਰ ਮੁਲਕ ਮਤਲਬ ਪ੍ਰਸਤ ਆ ਇੱਕ ਚੀਜ਼ ਬਣਾ ਰਿਹਾ ਦੂਜਾ ਖਰੀਦ ਰਿਹਾ ਉਹ ਇਹ ਸੌਦੇਬਾਜ਼ੀ ਹੈ ਜਿਹੜੀ ਵਰਲਡ ਵਾਰ ਵੀ ਹੈ ਜੀ ਇਹਨਾਂ ਦਾ ਆਪਣਾ ਹਿੱਤ ਆ ਸਮਾਨ ਵੇਚ ਰਹੇ ਉਹ ਵਿਚਾਰੇ ਗਰੀਬ ਆ ਮੈਂ ਸਿਰਫ ਇੰਨੀ ਕੁ ਗੱਲ ਮੈਂ ਮਹਿਸੂਸ ਕਰਦਾ ਕਿ ਵੀ 7.4 ਮਿਲੀਅਨ ਦੀ ਆਬਾਦੀ ਵਾਲੇ ਲੋਕ 1.7 ਮਿਲੀਅਨ ਲੋਕਾਂ ਤੇ ਅਟੈਕ ਕਰ ਰਹੇ ਨੇ ਇਹ ਟੋਟਲੀ ਇੱਕ ਅਨਫੇਅਰ ਆ ਗਰੀਬ ਮਾਰਕ ਹੋਣ ਕੋਈ ਸ਼ੱਕ ਨਹੀਂ ਅਨਬੈਲੈਂਸਡ ਵਿਸ਼ੇਸ਼ ਸਾਹਿਬ ਜਿਹੜੀ ਗੱਲ ਨਹੀਂ ਹੋਈ ਬਿਲਕੁਲ ਇੱਥੇ ਉਹ ਹੈ ਕਾਰਪੋਰੇਟ ਕੰਪਨੀਆਂ ਉਹ ਕਹਿੰਦੇ ਅੱਜ ਕੱਲ੍ਹ ਸਟੇਟਾਂ ਦੀ ਇੰਨੀ ਪਾਵਰ ਨਹੀਂ ਬਣ ਜਦੋਂ ਆਪਾਂ ਮੋਦੀ ਦੀ ਜਿੱਤ ਦੀ ਗੱਲ ਕਰਦੇ ਹਾਂ ਨਾ ਜੀ ਸਾਰਾ ਕੁਝ ਪਿੱਛੇ ਕਾਰਪੋਰੇਟ ਕੰਪਨੀਆਂ ਦਾ ਅੱਜ ਕੱਲ੍ਹ ਹੱਥ ਉਹਨਾਂ ਦਾ ਸਰਮਾਏਦਾਰ ਬੰਦੇ ਦਾ ਹੱਥ ਆ ਉਹਦੀ ਗੱਲ ਹੀ ਨਹੀਂ ਹੋਈ ਬਿਲਕੁਲ ਤੁਸੀਂ ਕੀ ਸਮਝਦੇ ਨਹੀਂ ਗੱਲ ਇਹ ਨਾ ਕਿਸੇ ਵੀ ਕੰਟਰੀ ਨੂੰ ਚਲਾਉਣ ਲਈ ਪੈਸਾ ਤਾਂ ਬਹੁਤ ਜ਼ਰੂਰੀ ਚੀਜ਼ ਹੈ ਜੀ ਔਰ ਪੈਸੇ ਵਾਲੇ ਜਿਹੜੇ ਲੋਕੀ ਹੈਗੇ ਉਹੀ ਹਮੇਸ਼ਾ ਰੂਲ ਕਰਦੇ ਔਰ ਜਦੋਂ ਉਹ ਪੈਸਾ ਉਹ ਦਿੰਦੇ ਫਿਰ ਵਾਪਸ ਵੀ ਲੈਂਦੇ ਜਿਹੜਾ ਬੰਦਾ ਟੈਕਸ ਦਿੰਦਾ ਹੈ ਉਹ ਟੈਕਸ ਗੱਲ ਤਾਂ ਇਹ ਵੀ ਅੱਜ ਜਿਹੜੀ ਦੁਨੀਆ ਦੀ ਸ਼ਾਂਤੀ ਦੀ ਗੱਲ ਆ ਜਾਂ ਜਿਹੜਾ ਕੋਈ ਕੌਨਫਲਿਕਟ ਸੁਲਝਾਉਣਾ ਇੱਕ ਇਹ ਵੀ ਹੈ ਦ੍ਰਿਸ਼ਟੀਕੋਣ ਕਿ ਉਹ ਕਾਰਪੋਰੇਟ ਉਹ ਸਰਮਾਏਦਾਰਾਂ ਦੇ ਹੱਥ 'ਚ ਨਹੀਂ ਤੁਹਾਡੀ ਮੇਰੀ ਜਾਨ ਸਰਮਾਏਦਾਰ ਦੇ ਹੱਥ 'ਚ ਰੱਬ ਦੇ ਹੱਥ 'ਚ ਨਹੀਂ ਜਿਹੜੇ ਹਥਿਆਰੇ ਬਣਾਉਣੇ ਬੰਦ ਹੋ ਗਏ ਪੰਡਿਤ ਦੀ ਗੱਲ ਹੀ ਸੁਣੀ ਹਥਿਆਰ ਤਾਂ ਬੰਦ ਨਹੀਂ ਹੋਣੇ ਮੈਂ ਕਹਿ ਰਿਹਾ ਵੀ ਰੱਬ ਦੇ ਹੱਥ ਵਿੱਚ ਨਹੀਂ ਕਾਰਪੋਰੇਟ ਕੰਪਨੀਆਂ ਦੇ ਹੱਥ 'ਚ ਇਹਨਾਂ ਦੇ ਹੱਥ ਹੀ ਰਹਿਣਾ ਜੀ ਕਿਉਂਕਿ ਪੈਸੇ ਦੀ ਹਮੇਸ਼ਾ ਬੋਲਬਾਲਾ ਰਹਿਣਾ ਚਲੋ ਹਥਿਆਰ ਬੰਦ ਕਰਨ ਹਥਿਆਰ ਬੰਦ ਕਰੋਗੇ ਤਾਂ ਹੀ ਜਾ ਕੇ ਸਾਰਾ ਕੁਝ ਠੀਕ ਹੋਊਗਾ ਕਿਉਂਕਿ ਹਥਿਆਰ ਟੈਸਟ ਕਰਨ ਲਈ ਵੀ ਕੋਈ ਜਗ੍ਹਾ ਤਾਂ ਚਾਹੀਦੀ ਇਹਨਾਂ ਨੂੰ ਜਿਹੜੇ ਗਰੀਬ ਲੋਕੀ ਉਹਨਾਂ ਤੇ ਟੈਸਟ ਕਰਦੇ
ਮਸੀਹ ਸਾਹਿਬ ਇਹ ਬੜਾ ਚੱਕਰ ਹੀ ਜੀ, ਜਿਹੜੀ ਗੱਲ ਅੱਜ ਚੱਲ ਰਹੀ ਆ ਨਾ ਬਹੁਤ ਪੱਖਾਂ ਤੋਂ ਚੱਲ ਰਹੀ ਆ ਜੀ, ਵੀ ਕਿਹੜੀਆਂ ਪਾਵਰਸ ਕੀ ਉਹਨਾਂ ਦੀ ਭੂਮਿਕਾ ਹੈ। ਠੀਕ ਹੈ ਜੀ, ਮੈਂ ਗੱਲ ਕੀਤੀ ਕਾਰਪੋਰੇਟ ਕੰਪਨੀਆਂ ਦੇ, ਉਹਨਾਂ ਦੇ ਹਿੱਤ ਨੇ, ਜਦ ਤੱਕ ਉਹਨਾਂ ਦੇ ਹਿੱਤਾਂ ਤੇ ਸੱਟ ਨਹੀਂ ਵੱਜਦੀ ਗੱਲ ਨਹੀਂ ਬਣਨੀ ਹੈ ਨਾ। ਤੁਸੀਂ ਕੀ ਸੋਚਦੇ ਜੀ? ਰੀਸੈਂਟਲੀ ਜਿਸ ਤਰ੍ਹਾਂ ਕਿ ਅਮਰੀਕਾ ਨੇ ਸਟੈਪ ਚੁੱਕਿਆ ਜੀ ਜੀ ਬਈ ਪਿਛਲੇ 3 ਸਾਲਾਂ ਤੋਂ ਇਹ ਮੇਰਾ ਖਿਆਲ ਹੈ ਪਹਿਲਾ ਮੌਕਾ ਹੈ ਜਦ ਕਿ ਉਹਨਾਂ ਨੇ ਇਹ ਦੋਨੋਂ ਪਾਰਟੀਆਂ ਨੂੰ ਇਕੱਠਾ ਕਰਨਾ ਚਾਹ ਰਹੇ ਆ। ਉਹਦੇ ਨਾਲ ਇੰਡੀਆ ਨੇ ਵੀ ਆਪਣੇ ਕੁਝ ਪੁਆਇੰਟ ਜ਼ਾਹਰ ਕੀਤੇ ਆ ਵੀ ਜੇ ਇਹਨਾਂ ਤੇ ਸਮਝੌਤਾ ਕੀਤਾ ਜਾਵੇ, ਜਿਹਦੇ ਵਿੱਚ ਕਿ ਲੈਂਡ ਤੇ ਬਾਰਡਰ ਦਾ ਮਸਲਾ ਵੀ ਹੈਗਾ। ਚਾਈਨਾ ਨੇ ਵੀ ਆਪਣੇ ਕੁਝ ਪੁਆਇੰਟ ਜ਼ਾਹਰ ਕੀਤੇ ਆ ਵੀ ਜੇ ਉਹ ਤੇ ਮਸਲਾ ਕੀਤਾ ਜਾਵੇ, ਪਰ ਐਂਡ ਆਫ ਦਾ ਡੇ ਉੱਥੇ ਆ ਗਿਆ ਉਹ ਵੱਡੀ ਟੇਬਲ ਅਮਰੀਕਾ ਦੇ ਵਿੱਚ ਹੀ ਆ। ਉਹੀ ਦੋ ਮੁਲਕ ਉੱਥੇ ਇਕੱਠੇ ਹੋਣਗੇ ਤੇ ਅਮਰੀਕਾ ਹੋਏਗਾ। ਕਿਉਂ ਨਹੀਂ ਦੂਸਰੇ ਮੁਲਕਾਂ ਨੂੰ ਇਨਵੋਲਵ ਕੀਤਾ ਜਾਂਦਾ ਜਦ ਕਿ ਉਹ ਐਗਰੀ ਨੇ ਵੀ ਇਹਨਾਂ ਦੇ ਐਗਰੀਮੈਂਟ ਦੇ ਵਿੱਚ ਅਸੀਂ ਵੀ ਬੈਠੀਏ ਟੇਬਲ ਤੇ ਇਹਨਾਂ ਦਾ ਫੈਸਲਾ ਕੀਤਾ ਜਾਵੇ। ਜੀ ਜੀ, ਠੀਕ ਹੈ ਜੀ। ਡਾਕਟਰ ਸੰਘਾ, ਜਿਹੜੀ ਮੈਂ ਗੱਲ ਉਹਨਾਂ ਤੋਂ ਪੁੱਛ ਰਿਹਾ ਉਹੀ ਗੱਲ ਤੁਹਾਤੋਂ ਪੁੱਛਦਾ ਵੀ ਗੱਲ ਤੇ ਅਖੀਰ ਤੇ ਸਾਰਾ ਕੁਝ ਆ ਰਿਹਾ ਵੀ ਜਿਨ੍ਹਾਂ ਕੋਲ ਜਾਨ ਆ ਸਾਰੀ ਕੱਢੀ ਹੋਈ ਲੋਕਾਂ ਦੀ, ਨੇਸ਼ਨਸ ਦੀ ਵੀ ਜਾਨ ਕੱਢ ਰਹੇ ਨੇ ਉਹ ਵੱਡੀਆਂ ਕੰਪਨੀਆਂ ਨੇ, ਉਹੀ ਕਮਾਈ ਫਿਰਦੇ ਦੁਨੀਆ ਦੀ ਪੋਲਿਟਿਕਸ। ਕੀ ਇਹਦੇ ਵਿੱਚ ਵੀ ਉਹਨਾਂ ਦਾ ਹੀ ਸਾਰਾ ਕੁਝ ਹੈ? ਦੋ ਪਹਿਲੂ ਹੈਗੇ ਆ ਜੀ। ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ ਆਮ ਤੌਰ ਤੇ ਆਪਣਾ ਇਮੇਜ ਹੈਗਾ ਕਿ ਉਹ ਆਪਣੇ ਮੁਨਾਫੇ ਲਈ ਲੋਕਾਂ ਦਾ ਬਲੱਡ ਜਿਹੜਾ ਆ ਜੀ ਉਹ ਚੂਸ ਰਹੇ ਆ। ਇਹ ਇੱਕ ਪਹਿਲੂ ਰਹਿ ਜਾਂਦਾ। ਤੁਸੀਂ ਤਾਂ ਕਾਮਰੇਡ ਤਾਂ ਨਹੀਂ ਰੱਖਦੇ। ਤੇ ਦੂਜੇ ਪਾਸੇ ਆਪਾਂ ਐਕਚੁਅਲੀ ਸਾਰੇ ਸਿੱਖ, ਹਿੰਦੂ, ਮੁਸਲਮਾਨ ਇੱਥੇ ਜਿਹੜੇ ਕੰਮ ਕਰਦੇ ਆ ਨਾ, ਸਾਰੇ ਇਨੀਸ਼ੀਅਲੀ ਮਜ਼ਦੂਰ ਲੇਬਰ ਮੂਵਮੈਂਟ ਨਾਲ ਸੰਬੰਧ ਸੀਗੇ ਨਾ ਜੀ ਜੀ, ਉਹ ਫਿਰ ਉਨੀ ਤਾਂ ਥੋੜੀ ਬਹੁਤ ਜ਼ਹਿਨੀਅਤ ਵਿੱਚ ਆਪਣੇ ਹੈਗੀ ਆ ਨਾ ਜੀ ਜੀ। ਪਰ ਗੱਲ ਕਰਨ ਦਾ ਭਾਵ ਇਹ ਹੈਗਾ ਕਿ ਜਿਹੜਾ ਕਾਰਪੋਰੇਟ ਵਰਲਡ ਹੈਗਾ, ਕੰਪਨੀਆਂ ਇੰਟਰਨੈਸ਼ਨਲ, ਉਹ ਆਮ ਤੌਰ ਤੇ ਨਹੀਂ ਚਾਹੁੰਦੀਆਂ ਕਿ ਕਿਸੇ ਵੀ ਜੀਓਗ੍ਰਾਫੀਕਲ ਹਿੱਸੇ ਦੇ ਵਿੱਚ ਡੀਸਟੇਬਲਾਈਜੇਸ਼ਨ ਹੋਵੇ, ਕਿਉਂਕਿ ਡੀਸਟੇਬਲਾਈਜੇਸ਼ਨ ਦੇ ਨਾਲ ਸਵਾਏ ਆਰਮਸ ਕੰਪਨੀਆਂ ਤੋਂ ਉਹਨਾਂ ਨੂੰ ਨੁਕਸਾਨ ਹੁੰਦਾ। ਟਰਾਂਸਪੋਰਟ ਦਾ ਲੈ ਲਓ, ਸਿਵਲ ਏਵੀ, ਜਿਵੇਂ ਮਤਲਬ ਇੱਕ ਦਿਨ 24 ਘੰਟੇ ਇਜ਼ਰਾਈਲ ਨੂੰ ਸਾਰੇ ਆਪਣੇ ਪਲੇਨ ਬੰਦ ਕਰਨੇ ਪਏ ਸੀ। ਸਾਰੀਆਂ ਕੰਪਨੀਆਂ ਨੁਕਸਾਨ ਹੋਇਆ, ਆਇਲ ਕੰਪਨੀ ਨੂੰ ਵੀ, ਸਿਵਲ ਏਵੀਏਸ਼ਨ ਨੂੰ ਵੀ, ਛੋਟੀਆਂ ਕੰਪਨੀਆਂ ਨੂੰ, ਹੋਰ ਸਾਰਾ। ਜਿਹੜਾ ਕੈਪੀਟਲਿਸਟ ਆਰਗੇਨਾਈਜੇਸ਼ਨਸ ਆ ਉਹ ਨਹੀਂ ਚਾਹੁੰਦੀਆਂ ਆਮ ਤੌਰ ਤੇ ਕਿਸੇ ਵੀ ਮੁਲਕ ਦੇ ਵਿੱਚ ਡੀਸਟੇਬਲਾਈਜੇਸ਼ਨ ਹੋਵੇ ਤੇ ਉੱਥੇ ਜਿਹੜਾ ਕਾਨੂੰਨ ਆ ਉਹ ਭੰਗ ਹੋਵੇ। ਇੱਕ ਤਾਂ ਨੁਕਤਾ ਇਹ ਹੈਗਾ, ਸੋ ਵੀ ਸ਼ੁੱਡ ਬੀ ਵੋਟ ਗ੍ਰੀਨ ਪਾਰਟੀ ਆ। ਐਗਜ਼ੈਕਟਲੀ, ਨਾਟ ਕੁਆਇਟ। ਪਰ ਜਿਹੜਾ ਇਹਦੇ ਨਾਲ ਜੁੜਦਾ ਨੁਕਤਾ ਹੈਗਾ ਉਹ ਇਹ ਹੈਗਾ ਕਿ ਆਪਾਂ ਇੱਥੇ ਤਕਰੀਬਨ 46 ਸਾਲ ਦੇ ਰਹਿੰਦੇ ਹੈਗੇ ਆ ਜੀ। 1968 ਦੇ ਤੋਂ ਲੈ ਕੇ ਹੁਣ ਤਾਈਂ ਬੜੀਆਂ ਮੂਵਮੈਂਟਾਂ ਦੇਖੀਆਂ ਹੈਗੀਆਂ, ਵੀਅਤਨਾਮ ਤੋਂ ਲੈ ਕੇ ਦੱਖਣੀ ਅਫਰੀਕਾ, ਰੋਡੇਸ਼ੀਆ, ਜਿਹੜਾ ਜ਼ਿੰਬਾਬਵੇ ਆ ਹੁਣ ਇਹ ਫਿਲਸਤੀਨ ਦੇ ਵਿੱਚ ਹੀ ਸਾਰੇ। ਉਹਦੇ ਵਿੱਚ ਇਹ ਦੇਖਿਆ ਗਿਆ ਕਿ ਯੂਰਪ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਕੈਂਪਸ ਮੂਵਮੈਂਟ ਬੜੀਆਂ ਸਟਰੋਂਗ ਸੀ। ਕੈਂਪਸ ਤੋਂ ਮੇਰਾ ਭਾਵ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਯੂਥ ਸੀਗਾ ਉਹਨਾਂ ਦੀ ਲੌਬੀ ਬੜੀ ਸਟਰੋਂਗ ਹੁੰਦੀ ਸੀ। ਸਟੂਡੈਂਟਸ ਯੂਨੀਅਨ, ਜਿੱਦਾਂ ਮੈਂ ਅੱਜ ਹੁਣ ਫਿਲਸਤੀਨ ਦੀ ਆਪਾਂ ਗੱਲ ਕਰਦੇ ਹਾਂ, 70s ਦੇ ਵਿੱਚ ਜਾਂ 80s ਦੇ ਵਿੱਚ ਇਹ ਗੱਲ ਹੁੰਦੀ ਤੇ ਲੰਡਨ ਮਿਲੀਅਨ ਦੀ ਡੈਮੋਨਸਟ੍ਰੇਸ਼ਨ ਹੋ ਜਾਣੀ ਸੀ ਜੀ ਕਿ ਉਹ ਕਿਉਂ ਹੋ ਰਿਹਾ। ਤੇ ਹੁਣ ਇਸ ਕਿਸਮ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਵਰਕਿੰਗ ਕੰਸੈਂਸਸ ਹੈਗਾ। ਸਿਰਫ 19-21 ਦਾ ਫਰਕ ਹੈਗਾ। ਆਮ ਤੌਰ ਤੇ ਜਿਹੜੇ ਮੈਨੀਫੈਸਟੋ ਤੁਸੀਂ ਨਿਚੋੜ ਕੱਢ ਲਓ, ਚਾਹੇ ਕੋਈ ਵੀ ਪਾਰਟੀ ਆ ਜਾਵੇ, ਕੋਈ ਬੜਾ ਫਰਕ ਨਹੀਂ ਪੈਂਦਾ। ਤੇ ਸਵਾਏ ਮਤਲਬ ਕਿ ਇੱਕ ਮਿਨਿਸਟਰ ਦੇ ਅਸਤੀਫੇ ਤੋਂ ਤੇ ਇੱਕ ਦੀ ਥੋੜਾ ਬਹੁਤ ਰੌਲਾ ਪੈਣ ਤੋਂ ਕੋਈ ਐਡੀ ਵੱਡੀ ਗੱਲ ਨਹੀਂ ਹੋਈ। ਤੋ ਮੇਰੇ ਗੱਲ ਕਰਨ ਦਾ ਭਾਵ ਇਹ ਹੈਗਾ ਕਿ ਇੱਕ ਤਾਂ ਜਿਹੜਾ ਵਰਕਿੰਗ ਕੰਸੈਂਸਸ ਹੈਗਾ ਇਹਨੂੰ ਥੋੜਾ ਜਿਹਾ ਹਿਲਾਉਣ ਦੀ ਲੋੜ ਹੈ ਕਿ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਪ੍ਰੈਸ਼ਰ ਖਤਮ ਹੋ ਗਿਆ। ਹਾਂ, ਤੇ ਉਹ ਵਿਦਿਆਰਥੀ ਤੇ ਜਿਹੜੇ ਆਪਣੀ ਵਰਕਿੰਗ ਮੂਵਮੈਂਟਸ ਆ ਉਹਨਾਂ ਦਾ ਬੜਾ ਰੋਲ ਹੈ। ਡਾਕਟਰ ਸਾਹਿਬ, ਹਰੀ ਸਾਹਿਬ, ਆਪਣੇ ਗੱਲ ਅਖੀਰ ਤੇ ਇੱਥੇ ਆ ਰਹੀ, ਜਿੱਦਾਂ ਇਦਾਂ ਲੱਗਦਾ ਵੀ ਸਾਰਾ ਕੁਝ ਉਹਨਾਂ ਦੇ ਰਹਿਮੋ ਕਰਮ ਤੇ ਹੀ ਆ। ਸਰਮਾਏਦਾਰੀ ਦਾ ਉਹ ਵਿਕਰਾਲ ਰੂਪ ਜਿਹਨੂੰ ਕਿ ਅਸੀਂ ਕਦੇ ਸੋਚਿਆ ਹੀ ਨਹੀਂ ਡ੍ਰੀਮ ਵਿੱਚ ਵੀ ਉਹ ਕੀ ਆ। ਜਿਹੜੀ ਗੱਲ ਕਰਦੇ ਆ ਜਿਹੜੀ ਹਿੱਤਾਂ ਦੀ ਗੱਲ ਹੈਗੀ ਉਹ ਕਦੀ ਵੀ ਸਾਡੇ ਤੋਂ ਦੂਰ ਨਹੀਂ ਜਾਂਦੀ। ਬਹੁਤਾ ਜਿਹੜਾ ਮੀਡੀਆ ਕੰਟਰੋਲ ਕੀਤਾ ਹੈਗਾ ਕੁਝ ਕੰਪਨੀ ਨੇ ਕੀਤੀਆਂ, ਜਾਣੀ ਕਿ ਇੱਥੇ ਮੈਂ ਪੜ੍ਹ ਰਿਹਾ ਸੀ ਪਿੱਛੇ ਜਾ ਕੇ ਸਿਰਫ 9-10 ਬੰਦੇ ਹੈ ਜਿਹਨੇ, ਜਾਣੀ ਕਿ ਈਵਨ ਬ੍ਰਿਟਨ ਦਾ ਜਿਹੜਾ ਮੀਡੀਆ ਕੰਟਰੋਲ ਕੀਤਾ ਹੈਗਾ, ਮਰਡਰ ਕਰਕੇ ਬੰਦੇ ਜਿਹੜੇ ਆ ਤੁਹਾਨੂੰ ਪਤਾ ਲੱਗ ਬੜੇ ਵੱਡੇ ਮਗਰਮੱਛ ਆ। ਸੋ ਇਸ ਕਰਕੇ ਜੇ ਉਹਨਾਂ ਨੂੰ ਈਵਨ ਜਿਹੜਾ ਟੈਲੀਵਿਜ਼ਨ ਵੀ ਹੈ ਉਹਨੂੰ 100% ਜਿਹੜੀ ਐਡਵਰਟਾਈਜ਼ਮੈਂਟ ਮਿਲਦੀ ਤਾਂ ਇਨਕੇ ਚੱਲਦਾ ਉਹ ਤੇ ਜਿਹੜਾ ਬਾਕੀ ਰੇਡੀਓ ਵੀ ਹੈ ਉਹਦੇ ਵਿੱਚ ਵੀ ਇੱਦਾਂ ਹੈ ਤੇ ਨਿਊਜ਼ਪੇਪਰ ਵੀ 60-70%। ਜਾਣੀ ਕਿ ਜੇ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ ਉਸ ਚੀਜ਼ ਦਾ, ਜਿਹੋ ਜਿਹੀ ਸੋਚ ਉਹਨਾਂ ਦੀ ਹੈਗੀ ਉਹੋ ਜਿਹਾ ਉਹਨਾਂ ਨੇ ਮਾਲ ਪਰੋਸਣਾ। ਡਿਪੈਂਡ ਤਾਂ ਇਹ ਕਰ ਲਿਆ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਕਿੰਨੀ ਕੁ ਦਿੱਤੀ ਜਾ ਸਕੀ। ਜੇ ਤੁਸੀਂ ਸਹੀ ਇਨਫੋਰਮੇਸ਼ਨ ਲੋਕਾਂ ਨਹੀਂ ਦੇ, ਉਹਨਾਂ ਵਿੱਚ ਉਭਾਰ ਨਹੀਂ ਆਊਗਾ, ਉਹਨਾਂ ਵਿੱਚ ਜਾਣੀ ਕਿ ਰੋਹ ਨਹੀਂ ਪੈਦਾ ਹੋਊਗਾ ਵੀ ਆ ਬੇਇਨਸਾਫੀ ਦੀ ਗੱਲ ਇੱਥੇ ਨਹੀਂ ਆ ਜਾਂਦੀ ਵੀ ਲੋਕਾਂ ਦੀ ਲਹਿਰ ਤੇ ਡਿਪੈਂਡ ਕਰਦਾ। ਬਿਲਕੁਲ ਜੀ, ਬਿਲਕੁਲ। ਸਾਡੇ ਜਾਗਣ ਤੇ, ਸਾਡੇ ਲਾਮਬੰਦ ਹੋਣ ਤੇ, ਲਾਮਬੰਦ ਤੇ ਹੈਗਾ ਲੋਕਾਂ ਨੂੰ। ਜੇ ਤੁਸੀਂ ਸਹੀ ਇਨਫੋਰਮੇਸ਼ਨ, ਜਿੱਦਾਂ ਉਹਨਾਂ ਨੇ
ਡਾਕਟਰ ਅੰਬੇਦਕਰ ਨੇ ਬੜੀ ਸੋਹਣੀ ਗੱਲ ਕੀਤੀ ਸੀ। ਉਹ ਕਹਿੰਦੇ ਸੀ ਜੇ ਤੁਸੀਂ ਇੱਕ ਗੁਲਾਮ ਨੂੰ ਹੀ ਦੱਸ ਲਿਆ ਤੂੰ ਗੁਲਾਮ ਹੈਗਾ ਨਾ, ਫਿਰ ਜਾਣੀ ਕਿ ਉੱਠ ਖੜਾ ਹੋਊਗਾ, ਯਾਨੀ ਕਿ ਰੀਅਲਾਈਜ਼ ਕਰਾਉਣ ਦੀ ਜ਼ਰੂਰਤ ਹੈ। ਪਵਨ ਸਾਹਿਬ 30 ਸੈਕਿੰਡ ਰਹਿੰਦੇ ਜੀ। ਅੱਛਾ ਚੀਜ਼ ਇਹ ਡਾਕਟਰ ਸੰਘਾ ਸਾਹਿਬ ਨੇ ਗੱਲ ਕੀਤੀ ਸੀ ਕਿ ਜਿਹੜੀ ਕੋਆਪਰੇਸ਼ਨਸ ਹਨ ਦੇ ਨੀਡ ਸਟੈਬਿਲਿਟੀ ਟੂ ਸਰਵਾਈਵ ਐਂਡ ਟੂ ਫਲਰਿਸ਼। ਹਾਂਜੀ, ਸਟੈਬਿਲਿਟੀ ਚਾਹੀਦੀ ਹੈ ਜ਼ਰੂਰ, ਬਟ ਇਟ ਇਜ਼ ਆਲਸੋ ਇਨ देयर ਇੰਟਰਸਟ ਕਿ ਜਦੋਂ ਤੁਸੀਂ ਹੁਣ ਇਰਾਕ ਦਾ ਇੱਕ ਮਸਲਾ ਦੇਖ ਲਓ, ਹਾਲੀ ਉੱਥੇ ਆਰਮਸ ਕੰਪਨੀਆਂ ਨੇ ਫਾਇਦਾ ਨਹੀਂ ਉਠਾਇਆ, ਉਸ ਨੂੰ ਸਾਰਾ ਤਬਾਹ ਕਰਕੇ ਫਿਰ ਕੰਟਰੈਕਟਸ ਦਿੱਤੇ ਗਏ ਬਿਗ ਅਮਰੀਕਨ ਐਸਟੈਬਲਿਸ਼ਮੈਂਟ ਟੂ ਗੋ ਐਂਡ ਰੀਬਿਲਡ। ਅੱਛਾ, ਉਸ ਵਿੱਚ ਕਈ ਚੀਜ਼ਾਂ ਫਿਰ ਆ ਜਾਂਦੀਆਂ ਨੇ, ਕੰਸਟਰਕਸ਼ਨ ਮਸ਼ੀਨਰੀਜ਼, ਫਾਈਨੈਂਸ, ਹਾਂਜੀ, ਹਰ ਕਿਸਮ ਦੀ ਚੀਜ਼, ਸਾਇੰਸ, ਟੈਕਨੋਲੋਜੀ, ਮੈਡੀਸਨ। ਸੋ ਬੇਸਿਕਲੀ ਇਹਨਾਂ ਨੂੰ ਫਾਇਦਾ ਉਸ ਵਿੱਚ ਵੀ ਹੈ ਕਿ ਜਦੋਂ ਮੁਲਕਾਂ ਨੂੰ ਤਬਾਹ ਕਰ ਦੇਣ। ਹੁਣ ਗਾਜ਼ਾ ਤਬਾਹ ਹੋਇਆ 6-7 ਬਿਲੀਅਨ ਮਤਲਬ ਪਾਉਂਡ, ਮਤਲਬ ਜ਼ਿਆਦਾ ਆਈ ਥਿੰਕ ਇਜ਼ ਅਬਾਊਟ ਅਰਬਾਂ ਵਿੱਚ ਗੱਲ ਹੋਈ ਹੈ ਜੀ। ਇਹ ਕੰਟਰੈਕਟ ਕਿਸ ਨੂੰ ਜਾਣਗੇ? ਇਹ ਸਮਾਨ ਕਿੱਥੋਂ ਆਏਗਾ? ਹਾਂਜੀ, ਇਹ ਸਮਾਨ ਕਿੱਥੋਂ ਆਏਗਾ? ਥਰੂ ਇਜ਼ਰਾਈਲ ਆਏਗਾ। ਕੌਣ ਇਸ ਦਾ ਬੈਨੀਫਿਟ ਕਰੇਗਾ? ਸੋ ਰੀਅਲੀ ਇਟਸ ਨਾਟ ਜਸਟ ਕੋਆਪਰੇਸ਼ਨ ਨੀਡ ਸਟੈਬਿਲਿਟੀ, ਦੇ ਨੀਡ ਆਲਸੋ ਟੂ ਹੈਵ ਵਾਰਸ, ਬਿਕਾਜ਼ ਜਿਹੜੇ ਵੱਡੇ ਕੰਪਨੀਆਂ ਨੇ ਦੇ ਮੇਕ ਮਨੀ ਐਂਡ ਇਟਸ ਜਨਰਲੀ ਅਮਰੀਕਾ। ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਬਹੁਤ ਪੱਕੀ ਗੱਲ ਹੋਈ ਆ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।